ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦੀ ਕਥਾ ਵਾਰਤਾ ਹੋ ਰਹੀ ਹੈ। ਕੱਲ੍ਹ 17 ਪੌੜੀਆਂ ਤੱਕ ਕਥਾ ਵਾਰਤਾ ਹੋ ਗਈ ਸੀ। ਅੱਜ 18ਵੀਂ ਪੌੜੀ ਸ਼ੁਰੂ ਹੋ ਰਹੀ ਹੈ, ਜਿਹਦੀ ਪਹਿਲੀ ਪੰਕਤੀ ਹੈ, ਕਰਮੀ ਸਹਿਜ ਨਾ ਊਪਜੈ, ਵਿਨ ਸਹਿਜੈ ਸਹਿਸਾ ਨਾ ਜਾਏ। ਕਰਮੀ ਸਹਿਜ ਨਾ ਊਪਜੈ, ਵਿਨ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਊਪਜੈ, ਇਹ ਸਹਿਸਾ ਇਵ ਜਾਏ। ਕਰਮੀ ਦੋ ਪ੍ਰਕਾਰ ਦੇ ਕਰਮ ਹੁੰਦੇ ਨੇ। ਇੱਕ ਤੇ ਵਾਕਈ ਦਿਲੋਂ ਕੀਤੇ ਜਾਂਦੇ ਨੇ, ਇੱਕ ਲੋਕ ਵਿਖਾਵੇ ਲਈ ਕੀਤੇ ਜਾਂਦੇ ਨੇ। ਜਿਵੇਂ ਵਿਆਹ ਸ਼ਾਦੀ ਕਰਨੀ ਹੈ, ਆਮ ਲੋਕ ਅਖੰਡ ਪਾਠ ਕਰਾਉਂਦੇ ਨੇ ਪਹਿਲਾਂ, ਵਿਆਹ ਤੋਂ ਪਹਿਲਾਂ। ਜਿਹੜੇ ਤਾਂ ਸਿਆਣੇ ਨੇ ਉਹ ਤਾਂ ਵਿਆਹ ਤੋਂ 7-8 ਦਿਨ ਪਹਿਲਾਂ ਕਰਾ ਲੈਂਦੇ ਨੇ। ਜਿਹੜੇ ਨਹੀਂ ਸਿਆਣੇ ਉਹ ਵਿਆਹ ਤੋਂ ਇੱਕ ਅੱਧਾ ਦਿਨ ਪਹਿਲਾਂ ਕਰਾਉਂਦੇ ਨੇ। ਉੱਧਰ ਅਖੰਡ ਪਾਠ ਹੋ ਰਿਹਾ ਹੁੰਦਾ ਹੈ, ਉੱਧਰ ਰਿਸ਼ਤੇਦਾਰ ਆ ਜਾਂਦੇ ਨੇ, ਉਹ ਆਪਣੀਆਂ ਗੱਲਾਂ ਕਰਦੇ ਨੇ। ਉਹ ਪਾਠੀਆਂ ਨੂੰ ਪਾਠ ਕਰਨਾ ਔਖਾ ਹੋ ਜਾਂਦਾ ਹੈ, ਉਹ ਫਾਰਮੈਲਿਟੀ ਹੁੰਦੀ ਹੈ। ਉਹ ਕਰਮ ਜਿਹੜੇ ਲੋਕ ਵਿਖਾਵੇ ਲਈ ਕੀਤੇ ਜਾਂਦੇ ਨੇ, ਜਿਹੜੇ ਫਾਰਮੈਲਿਟੀ ਦੇ ਤੌਰ 'ਤੇ ਕੀਤੇ ਜਾਂਦੇ ਹਨ, ਉਹ ਕਰਮਾਂ ਨੂੰ ਕਰਨ ਨਾਲ ਸਹਿਜ ਨਾ ਉਪਜੈ। ਸਹਿਜ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਹੈ। ਜਿੰਨਾ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਸਹਿਜ ਅਵਸਥਾ ਪ੍ਰਾਪਤ ਨਹੀਂ ਹੁੰਦੀ। ਕਿਉਂਕਿ ਸਹਿਜ ਅਵਸਥਾ ਦੀ ਨਿਸ਼ਾਨੀ ਇਹ ਹੈ, ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਅਮੀਰੀ ਆਓ, ਗਰੀਬੀ ਆਓ, ਕੋਈ ਵੀ ਹਾਲਤ ਆਵੇ, ਇੱਕ ਸਾਰ ਰਹਿਣਾ ਹੈ। ਉਹ ਬ੍ਰਹਮ ਗਿਆਨ ਤੋਂ ਬਿਨਾਂ ਨਹੀਂ ਹੋਇਆ ਕਰਦਾ। ਅਸੀਂ ਉਸ ਅਵਸਥਾ 'ਚ ਜੇ ਪਹੁੰਚੇ ਹੀ ਨਹੀਂ ਹੈਗੇ, ਸਾਨੂੰ ਤਾਂ ਥੋੜ੍ਹੀ ਜਿਹੀ ਖੁਸ਼ੀ ਹੋ ਜਾਏ ਤਾਂ ਟੱਪਣ ਲੱਗ ਜਾਂਦੇ ਹਾਂ, ਅਤੇ ਥੋੜ੍ਹੀ ਜਿਹੀ ਗਮੀ ਹੋ ਗਈ ਤਾਂ ਰੋਣ ਲੱਗ ਜਾਂਦੇ ਹਾਂ। ਸੋ ਸਹਿਜ ਅਵਸਥਾ ਇਹ ਲੋਕ ਵਿਖਾਵੇ ਦੇ ਕਰਮ, ਧਾਰਮਿਕ ਕਰਮ ਕਰਕੇ ਨਹੀਂ ਪ੍ਰਾਪਤ ਹੁੰਦੇ। ਦੇਖਣ ਨੂੰ ਤੇ ਧਾਰਮਿਕ ਕਰਮ ਕਰ ਰਿਹਾ, ਜਿਵੇਂ ਤੀਰਥਾਂ 'ਤੇ ਇਸ਼ਨਾਨ ਕਰਨਾ। ਹੁਣ ਜੇ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਬ੍ਰਹਮ ਗਿਆਨ ਪ੍ਰਾਪਤ ਹੁੰਦਾ, ਤਾਂ ਫਿਰ ਤੀਸਰੇ ਪਾਤਸ਼ਾਹ 'ਤੇ 20 ਵਾਰ ਗਏ ਸਨ ਪੈਦਲ ਚੱਲ ਕੇ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਦੂਸਰੇ ਪਾਤਸ਼ਾਹ ਦੇਵੀ ਦੇ ਦਰਸ਼ਨ ਕਿੰਨੇ ਸਾਲ ਕਰਨ ਜਾਂਦੇ ਰਹੇ, ਨਹੀਂ ਗੱਲ ਬਣੀ। ਕੋਈ ਇੱਕ ਲੱਤ 'ਤੇ ਖੜ੍ਹਾ ਹੈ, ਕੋਈ ਪੁੱਠਾ ਲਟਕ ਰਿਹਾ ਹੈ, ਕੋਈ ਭੁੱਖਾ ਹੈ, ਕੋਈ ਧੁੱਪੇ ਬੈਠਾ ਹੈ, ਕੋਈ ਜਲ ਧਾਰੇ ਕਰ ਰਿਹਾ ਹੈ। ਇਹ ਕਰਮ ਕਰਨ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਅਤੇ ਜਿੰਨਾ ਚਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਸਹਿਜ ਅਵਸਥਾ ਪ੍ਰਾਪਤ ਨਹੀਂ ਹੁੰਦੀ। ਇਸ ਲਈ ਕਹਿੰਦੇ ਕਰਮੀ ਸਹਿਜ ਨਾ ਊਪਜੈ, ਵਿਨ ਸਹਿਜੈ ਸਹਿਸਾ ਨਾ ਜਾਏ। ਇਹਨੂੰ ਸਹਿਸਾ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਸਹਿਸਾ। ਸੰਸਾ ਜਿਹਨੂੰ ਕਹਿੰਦੇ ਨੇ, ਭਰਮ। ਜਿੰਨਾ ਚਿਰ ਸਹਿਜ ਅਵਸਥਾ ਨਹੀਂ ਪ੍ਰਾਪਤ ਹੁੰਦੀ, ਅੰਦਰੋਂ ਭਰਮ ਨਹੀਂ ਖਤਮ ਹੁੰਦਾ। ਸਭ ਤੋਂ ਵੱਡਾ ਭਰਮ ਮਨੁੱਖ ਨੂੰ ਇਹ ਹੈ ਕਿ ਮੈਨੂੰ ਜਿਹੜਾ ਖੁਸ਼ੀ ਸੁੱਖ ਜਿਹੜਾ ਹੈ ਧਨ ਨਾਲ ਮਿਲੇਗਾ, ਇਹ ਭਰਮ ਹੈ। ਮਨੁੱਖ ਨੂੰ ਸਭ ਤੋਂ ਵੱਡਾ ਭਰਮ ਇਹ ਹੈ ਕਿ ਮੈਂ ਧਨ ਨਾਲ ਸੁਖੀ ਹੋ ਜਾਵਾਂਗਾ। ਜੇ ਧਨ ਨਾਲ ਸੁਖੀ ਹੁੰਦਾ ਬੰਦਾ, ਫਿਰ ਸਾਰੇ ਅਮੀਰ ਸੁਖੀ ਹੋਣੇ ਚਾਹੀਦੇ ਸੀ। ਕਿਸੇ ਵੀ ਅਮੀਰ ਨਾਲ ਤੁਸੀਂ ਗੱਲ ਕਰਕੇ ਦੇਖ ਲਓ, ਉਹਨਾਂ 'ਚ ਬੇਅੰਤ ਤੁਹਾਨੂੰ ਦੁਖੀ ਮਿਲਣਗੇ। 2-3 ਮਹੀਨੇ ਹੋਏ ਮੈਂ ਤੁਹਾਨੂੰ ਇੱਕ ਘਟਨਾ ਵੀ ਸੁਣਾਈ ਸੀ। ਕੋਈ 1974-75 ਦੀ ਗੱਲ ਹੈ। ਮੈਂ ਉਦੋਂ ਲੁਧਿਆਣੇ ਸਰਵਿਸ ਕਰਿਆ ਕਰਦਾ ਸੀ। ਮੇਰਾ ਦੋਸਤ, ਉਹਦੇ ਰਿਸ਼ਤੇਦਾਰ ਲੁਧਿਆਣੇ ਸਨ। ਉਹ ਬਹੁਤ ਅਮੀਰ ਰਿਸ਼ਤੇਦਾਰ ਸਨ।
ਬਹੁਤ ਵੱਡਾ ਉਹਨਾਂ ਦਾ ਉੱਨ ਦਾ ਕਾਰਖਾਨਾ ਸੀ। ਉਹ ਕਹਿੰਦਾ ਵੀ ਉਹਨਾਂ ਨੂੰ ਮਿਲ ਕੇ ਆਈਏ। ਅਸੀਂ ਮਿਲਣ ਚਲੇ ਗਏ। ਮੈਂ ਪੇਂਡੂ ਬੰਦਾ ਸੀ, ਮੈਂ ਪਹਿਲੀ ਵਾਰ ਐਡਾ ਵੱਡਾ ਘਰ ਵੇਖਿਆ। ਵੇਖਦਾ ਹੀ ਰਹਿ ਗਿਆ ਮੈਂ, ਐਡਾ ਵੱਡਾ ਤਾਂ ਕੋਈ ਮਹਿਲ ਹੈ। ਅੰਦਰ ਵੜੇ ਹਾਂ, 6 ਕਾਰਾਂ ਖੜ੍ਹੀਆਂ। ਉਦੋਂ ਕਿਸੇ ਵਿਰਲੇ ਟਾਵੇਂ ਕੋਲ ਕਾਰ ਹੁੰਦੀ ਸੀ, ਉੱਥੇ 6 ਕਾਰਾਂ ਖੜ੍ਹੀਆਂ। ਫਿਰ ਡਰਾਇੰਗ ਰੂਮ ਦੇ ਗਲੀਚਾ ਵਿਛਿਆ ਸੀ। ਮੈਨੂੰ ਇਹ ਨਾ ਪਤਾ ਲੱਗੇ ਜੁੱਤੀ ਲਾ ਕੇ ਅੰਦਰ ਜਾਣਾ ਕਿ ਜੁੱਤੀ ਸਮੇਤ ਜਾਣਾ। ਮੈਂ ਚਲੋ ਇਹ ਮੇਰਾ ਦੋਸਤ ਤਾਂ ਆਉਂਦਾ ਰਹਿੰਦਾ, ਜਿਵੇਂ ਇਹ ਜਾਊਗਾ ਉਵੇਂ ਮੈਂ ਚਲਿਆ ਜਾਵਾਂਗਾ। ਚਲੋ ਪਾਏਦਾਨ 'ਤੇ ਜੁੱਤੀਆਂ ਝਾੜੀਆਂ, ਅਸੀਂ ਪੂੰਜੀਆਂ ਹੇਠੋਂ ਅੰਦਰ ਚਲੇ ਗਏ। ਚਾਹ ਪਾਣੀ ਪੀਤਾ, ਗੱਲਾਂ ਬਾਤਾਂ ਕਰ ਰਹੇ ਹਾਂ। ਜਿਹੜੇ ਸਰਦਾਰ ਜੀ ਨੇ ਉਹਨੇ ਚਿਰ ਨੂੰ ਉਹ ਵੀ ਆ ਗਏ, ਘਰ ਦੇ ਮਾਲਕ ਵੀ। ਗੱਲਾਂ ਬਾਤਾਂ ਕਰਦਿਆਂ ਉਹ ਅੱਖਾਂ 'ਚ ਪਾਣੀ ਭਰ ਆਏ। ਮੈਂ ਕਿਹਾ ਅੰਕਲ ਜੀ ਵੀ ਤੁਹਾਨੂੰ ਕੀ ਦੁੱਖ ਹੈ? ਐਡਾ ਵੱਡਾ ਤੁਹਾਡਾ ਘਰ, 6 ਕਾਰਾਂ ਖੜ੍ਹੀਆਂ ਨੇ, ਲੋਕਾਂ ਕੋਲ ਤਾਂ ਸਕੂਟਰ ਨਹੀਂ ਹੈਗੇ, ਤੁਹਾਡੇ ਕੋਲ 6 ਕਾਰਾਂ ਖੜ੍ਹੀਆਂ। ਅਤੇ ਮੈਨੂੰ ਇਹ ਵੀ ਪਤਾ ਲੱਗਿਆ ਤੁਹਾਡਾ ਬਹੁਤ ਵੱਡਾ ਕਾਰਖਾਨਾ ਹੈ। ਬਈ ਤੁਸੀਂ ਕਿਉਂ ਰੋ ਰਹੇ ਹੋ? ਕਹਿੰਦੇ ਪੁੱਤਰ ਜਿੰਨਾ ਮੈਂ ਦੁਖੀ ਹਾਂ ਸ਼ਾਇਦ ਹੀ ਕੋਈ ਦੁਖੀ ਹੋਵੇ, ਕਿਉਂ ਮੈਂ ਉਦੋਂ ਤੱਕ 1974 ਤੱਕ ਮੇਰੇ ਦਿਮਾਗ 'ਚ ਇਹੀ ਖਿਆਲ ਸੀ ਕਿ ਅਮੀਰ ਸੁਖੀ ਹੁੰਦੇ ਨੇ। ਤਾਂ ਮੈਂ ਬੜਾ ਹੈਰਾਨ ਹੋਇਆ ਕਿ ਇਹ ਕਹਿੰਦਾ ਮੇਰੇ ਜਿੰਨਾ ਕੋਈ ਦੁਖੀ ਨਹੀਂ ਹੋਣਾ। ਮੈਂ ਜੀ ਤੁਹਾਨੂੰ ਕੀ ਦੁੱਖ ਹੈ? ਕਹਿੰਦੇ ਅਸੀਂ ਘਰ ਦੇ 6 ਜੀਅ ਹਾਂ, ਹਰ ਇੱਕ ਕੋਲ ਇੱਕ ਕਾਰ ਹੈ, ਪਰ ਕਿਸੇ ਦੀ ਆਪਸ 'ਚ ਬਣਦੀ ਨਹੀਂ ਹੈ। ਘਰ 'ਚ ਹਰ ਵਕਤ ਤੂੰ ਮੈਂ ਹੁੰਦੀ ਰਹਿੰਦੀ ਹੈ। ਇਸ ਲਈ ਕਹਿੰਦੇ ਮੈਂ ਕਾਕਾ ਬਹੁਤ ਦੁਖੀ ਹਾਂ। ਉਹਦੇ ਫਿਰ ਹੁਣ ਪਤਾ ਲੱਗਾ ਵੀ ਇਹ ਮੈਨੂੰ ਵੀ ਇੰਨੇ ਸਾਲ ਭਰਮ ਹੀ ਰਿਹਾ ਵੀ ਸ਼ਾਇਦ ਅਮੀਰ ਲੋਕ ਸੁਖੀ ਹੁੰਦੇ ਹਨ, ਕਿਉਂਕਿ ਜੇ ਅਮੀਰ ਲੋਕ ਸੁਖੀ ਹੁੰਦੇ ਤਾਂ ਪੰਚਮ ਪਾਤਸ਼ਾਹ ਨੂੰ ਇਹ ਲਿਖਣ ਦੀ ਲੋੜ ਨਹੀਂ ਸੀ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਹੈ ਹੀ ਨਹੀਂ। ਸੁੱਖ ਨਾ ਹੀ ਰੇ ਹਰ ਭਗਤ ਬਿਨਾਂ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਹੈ ਹੀ ਨਹੀਂ ਕਹਿੰਦੇ। ਸੋ ਮਨੁੱਖ ਨੂੰ ਸਭ ਤੋਂ ਵੱਡਾ ਭਰਮ ਇਹ ਹੈ ਕਿ ਸ਼ਾਇਦ ਮਾਇਆ ਨਾਲ ਬੰਦਾ ਸੁਖੀ ਹੋ ਜਾਵੇਗਾ। ਇਹ ਸੰਸਾ ਹੈ, ਇਹ ਭਰਮ ਹੈ। ਇਹ ਓਨਾ ਚਿਰ ਦੂਰ ਨਹੀਂ ਹੁੰਦਾ ਜਿੰਨਾ ਚਿਰ ਅੰਦਰ ਸਹਿਜ ਅਵਸਥਾ ਪ੍ਰਾਪਤ ਨਹੀਂ ਹੁੰਦੀ। ਸਹਿਜ ਅਵਸਥਾ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ। ਉਹਨੂੰ ਸਹਿਜ ਅਵਸਥਾ, ਫਿਰ ਉਹਦੇ ਸਾਰੇ ਹੀ ਭਰਮ ਖਤਮ ਹੋ ਜਾਂਦੇ ਨੇ। ਸੋ ਇਸ ਲਈ ਕਹਿੰਦੇ ਕਰਮੀ ਸਹਿਜ ਨਾ ਉਪਜੇ, ਵਿਨ ਸਹਿਜੇ ਸਹਿਸਾ ਨਾ ਜਾਏ। ਵਿਖਾਵੇ ਦੇ ਧਾਰਮਿਕ ਕਰਮ ਕਰਨਾ, ਜਿਹਨੂੰ ਕਰਮ ਕਾਂਡ ਕਹਿੰਦੇ ਨੇ। ਕਰਮ ਕਾਂਡ ਕਰਨ ਨਾਲ ਜਿਹੜਾ ਹੈ ਇਹ ਸਹਿਜ ਅਵਸਥਾ ਪੈਦਾ ਨਹੀਂ ਹੁੰਦੀ, ਅਤੇ ਸਹਿਜ ਅਵਸਥਾ ਤੋਂ ਬਿਨਾਂ ਅੰਦਰ ਸਹਿਸਾ ਜਿਹੜਾ ਭਰਮ ਹੈ ਉਹ ਖਤਮ ਨਹੀਂ ਹੁੰਦਾ। ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸੰਜਮ ਹੁੰਦਾ ਤਰੀਕਾ। ਇਹ ਸਹਿਸਾ, ਇਹ ਸੰਸਾ, ਇਹ ਫਿਕਰ, ਇਹ ਭਰਮ ਕਿਸੇ ਵੀ ਤਰੀਕੇ ਨਾਲ ਨਹੀਂ ਜਾਂਦਾ। ਰਹੇ ਕਰਮ ਕਮਾਏ। ਕਿੰਨੇ ਹੀ ਧਾਰਮਿਕ ਕਰਮ ਕਰ ਕਰਕੇ ਲੋਕ ਥੱਕ ਗਏ। ਇਹ ਸਹਿਸਾ ਦੂਰ ਨਹੀਂ ਹੁੰਦਾ। ਸਹਿਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਲਗਾਤਾਰ ਭਰਮ ਰਹਿਣ ਕਰਕੇ ਮਨ ਮੈਲਾ ਹੋ ਗਿਆ ਹੈ। ਲਗਾਤਾਰ ਭਰਮ ਰਹਿਣ ਕਰਕੇ ਨਾ ਮਨ ਮੈਲਾ ਹੋ ਗਿਆ ਹੈ। ਕਿਤ ਸੰਜਮ ਧੋਤਾ ਜਾਏ। ਹੁਣ ਇਸ ਜਿਹੜੇ ਅੰਦਰ ਮੈਲ ਮਨ ਨੂੰ ਲੱਗ ਗਈ ਹੈ, ਇਹ ਕਿਸ ਤਰੀਕੇ ਨਾਲ ਧੋਤੀ ਜਾਵੇ? ਸੰਜਮ ਦਾ ਤਰੀਕਾ ਕਿਸ ਤਰੀਕੇ ਨਾਲ ਇਸ ਮੈਲੇ ਮਨ ਨੂੰ ਧੋਤਾ ਜਾਏ? ਅੱਗੇ ਜਵਾਬ ਦਿੱਤਾ ਫਿਰ ਮਨ ਧੋਵੋ। ਇਹਨੂੰ ਮਨ ਨਹੀਂ ਪੜ੍ਹਨਾ, ਇਹ ਮਨ ਪੜ੍ਹਨਾ। ਮੰਮਾ ਨੰਨਾ ਮਨ ਪੜ੍ਹਨਾ, ਉਹ 'ਤੇ ਟਿੱਪੀ ਨਹੀਂ ਬੋਲਣੀ।
ਤੁਸੀਂ ਕਹੋਗੇ ਲਾਈ ਕਿਉਂ ਹੈ? ਮੈਂ ਤੁਹਾਨੂੰ ਕਿੰਨੇ ਵਾਰੀ ਦੱਸਿਆ ਕਿ ਕਵਿਤਾ ਦੇ ਗੀਤ ਦੇ ਨਿਯਮ ਹੁੰਦੇ ਨੇ। ਗਜ਼ਲ ਜਿਹੜੀ ਹੈ ਉਹਦੇ ਤਾਂ ਬਹੁਤ ਹੀ ਸਖਤ ਨਿਯਮ ਹੁੰਦੇ ਨੇ। ਇਹ 'ਚ ਲਘੂ ਗੁਰੂ ਮਾਤਰਾਵਾਂ ਹੁੰਦੀਆਂ ਨੇ। ਉਹ ਮਾਤਰਾਵਾਂ ਪੂਰੀਆਂ ਰੱਖਣ ਲਈ ਕਿਤੇ ਜਿਹੜਾ ਹੈ ਮਨ ਦੇ ਉੱਤੇ ਟਿੱਪੀ ਲਾਈ ਹੁੰਦੀ ਹੈ। ਤੁਸੀਂ ਦੇਖਿਆ ਨਾ, ਆਨੰਦ ਹੈ ਉਹ 'ਤੇ ਟਿੱਪੀ ਨਾਲ ਆਨੰਦ, ਪਰ ਕਈ ਥਾਵਾਂ 'ਤੇ ਆਨੰਦ ਲਿਖਿਆ ਹੋਇਆ ਬਿਨਾਂ ਟਿੱਪੀ ਤੋਂ। ਉਹ ਮਾਤਰਾਵਾਂ ਪੂਰੀਆਂ ਕਰਨ ਲਈ ਉੱਤੇ ਟਿੱਪੀ ਨਹੀਂ ਲਾਈ, ਉਹਨੂੰ ਟਿੱਪੀ ਨਾਲ ਬੋਲਣਾ ਆਨੰਦ। ਇੱਥੇ ਮਾਤਰਾ ਪੂਰੀ ਕਰਨ ਲਈ ਮੰਮੇ 'ਤੇ ਟਿੱਪੀ ਲੱਗਦੀ ਹੈ, ਪਰ ਇਸ ਨੂੰ ਮਨ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਮਨ। ਮਨ ਹੁੰਦਾ ਮੰਨਣਾ, ਵੀ ਤੂੰ ਮੇਰੀ ਗੱਲ ਮੰਨ। ਇਹ ਹੈ ਮਨ, ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਮਾਈਂਡ। ਮਨ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਹੁਣ ਮਨ ਧੋਣਾ ਕਿਵੇਂ ਹੈ? ਸ਼ਬਦ ਲਾਗੋ, ਬਾਣੀ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ, ਨਾਮ ਜਪੋ, ਹਰ ਸਿਉ ਰਹੋ ਚਿਤ ਲਾਏ। ਅਤੇ ਹਰੀ ਦੇ ਨਾਲ ਚਿੱਤ ਜੋੜ ਕੇ ਰੱਖੋ, ਭਾਵ ਹਰੀ ਨੂੰ ਯਾਦ ਰੱਖੋ, ਪਰਮਾਤਮਾ ਨੂੰ ਯਾਦ ਰੱਖੋ, ਉਹਦਾ ਨਾਮ ਜਪੋ, ਬਾਣੀ ਪੜ੍ਹੋ। ਫਿਰ ਇਹ ਮਨ ਜਿਹੜਾ ਹੈ ਇਹ ਧੋਤਾ ਜਾਏਗਾ। ਸ਼ਰਤ ਇਹ ਹੁੰਦੀ ਹੈ ਕਿ ਮੁੜ ਕੇ ਮਨ ਮੈਲਾ ਨਹੀਂ ਕਰਨਾ, ਤਾਂ ਸਾਫ਼ ਹੋਏਗਾ। ਅਸੀਂ ਕੀ ਕਰਦੇ ਹਾਂ? ਬਾਣੀ ਵੀ ਪੜ੍ਹੀ, ਨਾਮ ਵੀ ਜਪਿਆ, ਮਨ ਸਾਫ਼ ਕਰ ਲਿਆ, ਫਿਰ ਕੋਈ ਪੁੱਠਾ ਕੰਮ ਕਰਕੇ ਮਨ ਮੁੜ ਕੇ ਮੈਲਾ ਕਰ ਲਿਆ। ਉਹ ਸਾਡੇ 'ਤੇ ਉਹ ਹਾਥੀ ਵਾਲੀ ਗੱਲ ਹੈ, ਵੀ ਹਾਥੀ ਨੂੰ ਨੁਹਾਤਾ, ਉਹਨੇ ਸੁੰਡ ਦੇ ਵਿੱਚ ਮੁੜ ਕੇ ਚਿੱਕੜ ਭਰਿਆ, ਆਪਣੇ ਉੱਤੇ ਪਾ ਲਿਆ। ਖੋਤਾ ਹੈ, ਉਹਨੂੰ ਜਿੰਨਾ ਮਰਜ਼ੀ ਤੁਸੀਂ ਨੁਹਾ ਧੋ ਕੇ ਸੈਂਟ ਲਾ ਦਿਓ, ਜਿਉਂ ਹੀ ਛੱਡੋਗੇ ਉਹ ਮਿੱਟੀ 'ਚ ਲੇਟੇਗਾ, ਮਿੱਟੀ ਲੇਟੇਗਾ। ਖੋਤੇ ਨੂੰ ਗਿਆਨ ਹੀ ਨਹੀਂ ਹੈ ਕਿ ਮੈਨੂੰ ਨੁਹਾਇਆ ਗਿਆ ਹੈ, ਮੈਨੂੰ ਸੈਂਟ ਲਾਇਆ ਗਿਆ, ਮੈਨੂੰ ਪਾਊਡਰ ਛਿੜਕਿਆ ਮੇਰੇ 'ਤੇ ਮਿੱਟੀ 'ਚ ਮੈਂ ਨਾ ਲੇਟਾਂ ਨਾ। ਹਾਥੀ ਨੂੰ ਇਹ ਗਿਆਨ ਹੀ ਨਹੀਂ ਹੈ ਕਿ ਮੈਂ ਨਹਾਤਾ ਧੋਤਾ, ਹੁਣ ਮੈਂ ਆਪਣੇ 'ਤੇ ਚਿੱਕੜ ਕਿਉਂ ਪਾਵਾਂ। ਉਹ ਫਿਰ ਮੈਨੂੰ ਯਾਦ ਹੈ ਸਕੂਲ 'ਚ ਜਿਹੜਾ PTI ਟੀਚਰ ਹੁੰਦਾ, ਪਹਿਲਾਂ ਕਹਿੰਦਾ ਸਾਵਧਾਨ, ਅਤੇ ਫਿਰ ਕਹਿੰਦੇ ਜੈਸੇ ਥੇ। ਉਹ ਅਸੀਂ ਫਿਰ ਜੈਸੇ ਥੇ ਹੋ ਜਾਂਦੇ। ਬਾਣੀ ਪੜ੍ਹੀ, ਨਾਮ ਜਪਿਆ, ਸਤ ਸੰਗਤ ਕੀਤੀ, ਕੁਝ ਹਿੱਸਾ ਮੈਲ ਲਾ ਲਈ, ਫਿਰ ਕੋਈ ਮਾੜਾ ਸੋਚਿਆ, ਮਾੜਾ ਕਰਮ ਕਰ ਲਿਆ, ਮੁੜ ਕੇ ਮਨ ਫਿਰ ਮੈਲਾ ਕਰ ਲਿਆ। ਫਿਰ ਅਗਲੇ ਦਿਨ ਬਾਣੀ ਪੜ੍ਹੀ, ਸਿਮਰਨ ਕੀਤਾ, ਮਨ ਸਾਫ਼ ਕੀਤਾ, ਫਿਰ ਕੁਝ ਪੁੱਠਾ ਕੰਮ ਕਰਕੇ ਮਨ ਫਿਰ ਮੈਲਾ ਕਰ ਲਿਆ। ਸਾਡਾ ਸਾਫ਼ ਹੀ ਨਹੀਂ ਹੁੰਦਾ, ਨਾ ਇਹ ਸਾਫ਼ ਹੋਵੇ ਅਤੇ ਨਾ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣ। ਪਰਮਾਤਮਾ ਰੂੜੀਆਂ 'ਤੇ ਨਹੀਂ ਰਹਿੰਦਾ, ਪਰਮਾਤਮਾ ਗੰਦੀਆਂ ਥਾਵਾਂ 'ਤੇ ਨਹੀਂ ਰਹਿੰਦਾ। ਉਹ ਕਹਿੰਦਾ ਹੈ ਤਾਂ ਮੈਂ ਤੁਹਾਡੇ ਅੰਦਰ ਹੀ, ਪਰ ਮੈਂ ਗੁਪਤ ਰੂਪ ਵਿੱਚ ਹਾਂ। ਤੁਹਾਡੇ ਮਨ ਦੀ ਮੈਲ ਨੇ ਮੈਨੂੰ ਢੱਕ ਰੱਖਿਆ ਹੈ। ਇਹ ਮਨ ਦੀ ਮੈਲ ਲਾ ਲਓ, ਮੈਂ ਪ੍ਰਗਟ ਹੋ ਜਾਵਾਂਗਾ। ਉਹੀ ਨਹੀਂ ਸਾਡੇ ਤੋਂ ਸਾਰੀ ਉਮਰ ਲੈਂਦੀ, ਅਤੇ ਉਹ ਪ੍ਰਗਟ ਹੁੰਦਾ ਨਹੀਂ, ਅਤੇ ਸਾਨੂੰ ਫਿਰ ਦੁਬਾਰਾ ਜਨਮ ਲੈਣੇ ਪੈਂਦੇ ਹਨ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਭਾਈ ਮਨ ਨੂੰ ਕਿਵੇਂ ਧੋਵੋਗੇ? ਸ਼ਬਦ ਲਾਗੋ, ਪਰ ਬਾਣੀ ਨਾਲ ਜੁੜੋ, ਨਾਮ ਨਾਲ ਜੁੜੋ, ਹਰ ਸਿਉ ਰਹੋ ਚਿਤ ਲਾਏ, ਅਤੇ ਆਪਣੇ ਚਿੱਤ ਨੂੰ ਹਰੀ ਨਾਲ ਜੋੜ ਕੇ ਰੱਖੋ, ਭਾਵ ਹਰ ਵਕਤ ਹਰੀ ਨੂੰ ਯਾਦ ਰੱਖੋ, ਨਾਮ ਜਪੋ, ਬਾਣੀ ਪੜ੍ਹੋ। ਇਸ ਤਰ੍ਹਾਂ ਕੀ ਹੋਏਗਾ? ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਫਿਰ ਸਾਡੇ 'ਤੇ ਹੋ ਜਾਏਗੀ ਗੁਰੂ ਦੀ ਕਿਰਪਾ ਕਿ ਅਸੀਂ ਗੁਰੂ ਦੇ ਆਖੇ 'ਚ ਲੱਗੇ। ਫਿਰ ਗੁਰੂ ਦੀ ਹੋ ਜਾਏਗੀ ਕਿਰਪਾ, ਸਹਿਜ ਉਪਜੈ, ਫਿਰ ਸਾਡੇ ਅੰਦਰ ਸਹਿਜ ਅਵਸਥਾ ਪੈਦਾ ਹੋ ਜਾਏਗੀ। ਇਹ ਸਹਿੰਸਾ ਇਹ ਵਿਚਾਰ, ਇਸ ਤਰ੍ਹਾਂ ਫਿਰ ਸਾਡੇ ਮਨ ਦਾ ਜਿਹੜਾ ਭਰਮ ਹੈ ਉਹ ਖਤਮ ਹੋਵੇਗਾ। ਜਦੋਂ ਆਪਾਂ ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਰੱਬ ਨਾਲ ਚਿੱਤ ਜੋੜ ਕੇ ਰੱਖਾਂਗੇ, ਫਿਰ ਗੁਰੂ ਦੀ ਕਿਰਪਾ ਹੋ ਜਾਏਗੀ। ਗੁਰੂ ਦੀ ਕਿਰਪਾ ਹੋ ਜਾਏਗੀ, ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ, ਸਾਡੇ ਅੰਦਰ ਸਹਿਜ ਅਵਸਥਾ ਹੋ ਜਾਏਗੀ। ਜਦੋਂ ਸਾਡੇ ਅੰਦਰ ਸਹਿਜ ਅਵਸਥਾ ਪ੍ਰਾਪਤ ਹੋ ਗਈ, ਉਦੋਂ ਸੰਸਾ ਇਹ ਸੰਸਾ
ਆਪੇ ਹੀ ਖਤਮ ਹੋ ਜਾਵੇਗਾ। ਅੱਗੇ ਅਗਲੀ ਪੌੜੀ 'ਚ ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿਨੇ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮਹਿ ਨਾਮ ਉਤਮ, ਸੋ ਸੁਣੇ ਨਾਹੀਂ, ਫਿਰੇ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਉ ਮੈਲੇ ਬਾਹਰੋਂ ਨਿਰਮਲ, ਬਹੁਤ ਸਾਰੇ ਸਾਡੇ ਹਾਲਤ ਇਹੀ ਹੈ ਲੋਕਾਂ ਦੀ। ਮਨ ਦੇ ਮੈਲਿਆਂ ਸੀ, ਬਾਹਰੋਂ ਐਨ ਚਿੱਟੇ ਕੱਪੜੇ ਮੇਰੇ ਅੰਗ ਪਾਰ ਕੇ ਧੋਤੇ ਹੋਏ ਹਨ। ਮਨ ਮੈਲਾ, ਮਨ ਮੈਲਾ। ਕਈਆਂ ਦੇ ਤਾਂ ਕਮੀਜ਼ ਸਾਫ਼ ਹੁੰਦਾ, ਬਨੈਣ ਮੈਲੀ ਹੁੰਦੀ ਹੈ। ਪਜਾਮਾ ਸਾਫ਼ ਹੈ, ਕਛਹਿਰਾ ਮੈਲਾ ਹੈ। ਉਹ ਵੀ ਬਾਹਰਲੇ ਕੱਪੜੇ ਵੀ ਸਾਰੇ ਸਾਫ਼ ਨਹੀਂ ਕਈ ਵਾਰੀ ਹੁੰਦੇ। ਕਈ ਵਾਰੀ ਕੀ ਕਰਨਾ ਅਸੀਂ ਸਰਦੀਆਂ 'ਚ ਖਾਸ ਕਰਕੇ ਵਿਦਿਆਰਥੀਆਂ ਨੂੰ ਪੁੱਛਣਾ ਵੀ ਜਿਹੜੇ ਨਹਾ ਕੇ ਨਹੀਂ ਆਏ ਖੜ੍ਹੇ ਹੋ। ਕਈਆਂ ਤਾਂ ਸੱਚੀ ਖੜ੍ਹੇ ਹੋ ਜਾਣ, ਜੇ ਨਹੀਂ ਨਹਾ, ਕਈਆਂ ਝੂਠੇ ਬੈਠੇ ਰਹਿਣ। ਅਸੀਂ ਫਿਰ ਜਿਹੜੇ ਝੂਠੇ ਬੈਠੇ ਸਨ ਪਤਾ ਹੁੰਦਾ, ਅਸੀਂ ਕਹਿਣਾ ਜੇ ਵੀ ਜਿਹੜੇ ਖੜ੍ਹੇ ਹੋ ਉਹ ਤਾਂ ਹੁਣ ਬਹਿ ਜਾਓ, ਹੁਣ ਜਿਹੜੇ ਬੈਠੇ ਹੋ ਖੜ੍ਹੇ ਹੋ। ਉਹ ਉੱਪਰਲਾ ਆਪਣੇ ਕਮੀਜ਼ ਦਾ ਬਟਨ ਉੱਪਰਲੇ 2 ਖੋਲ੍ਹ ਲਓ। ਜੋ ਨੇੜੇ ਜਾ ਕੇ ਦੇਖਣਾ, ਪਾਈਆ ਪਾਈਆ ਮੈਲ ਧੌਣ 'ਤੇ ਜੰਮੀ ਹੈ। ਪਤਾ ਨਹੀਂ ਕਿੰਨੇ ਦਿਨ ਹੋ ਗਏ ਨਹਾਤਿਆਂ ਨੂੰ। ਫਿਰ ਉਹਦੇ ਰਖੜੇ ਲੱਗਣੇ, ਤੂੰ ਤਾਂ ਕਦੇ ਨਹਾ ਕੇ ਆਇਆ ਅਤੇ ਮੈਲ 'ਤੇ ਇੰਨੀ ਜੰਮੀ ਹੋਈ ਹੈ। ਉੱਤੋਂ ਸਾਫ਼ ਹੈ, ਅੰਦਰੋਂ ਮੈਲਾ ਹੈ। ਜੀਉ ਮੈਲੇ ਬਾਹਰੋਂ ਨਿਰਮਲ, ਮਨ ਦੇ ਮੈਲੇ ਬਾਹਰੋਂ ਸਾਫ਼ ਨੇ। ਜੀਉ ਹਾਹੇ 'ਤੇ ਟਿੱਪੀ ਲਾ ਕੇ ਬੋਲਦੇ। ਮਨ ਤੂੰ, ਮੈਂ ਕੱਲ੍ਹ ਦੱਸਿਆ ਸੀ ਨਾ ਵੀ ਜਦੋਂ ਤੂੰ ਅਰਥ ਆਵੇ ਫਿਰ ਟਿੱਪੀ ਲੱਗਦੀ ਹੁੰਦੀ ਜਾਂ ਬਿੰਦੀ ਲੱਗਦੀ ਹੁੰਦੀ। ਜਿਵੇਂ ਘਰੋਂ, ਦਫਤਰੋਂ, ਸਕੂਲੋਂ, ਇਸ ਤਰ੍ਹਾਂ ਹੈ। ਜੀਉ ਪਾ ਮਨ ਤੋਂ, ਜੀਉ ਮੈਲੇ, ਇਹਨੂੰ ਮੈਲੇ ਪੜ੍ਹਨਾ, ਮੈਲੇ ਨਹੀਂ ਪੜ੍ਹਦੇ ਨਾ। ਕਿਆ ਰੱਖਣਾ? ਕੋਈ ਸਮਾਂ ਸੀ 35 ਅੱਖਰ ਸਨ। ਫਿਰ ਫਾਰਸੀ ਆ ਗਈ ਸਾਡੇ ਦੇਸ਼ 'ਚ, ਫਾਰਸੀ ਦਾ ਬੋਲਬਾਲਾ ਹੋ ਗਿਆ। ਫਿਰ ਜਿਹੜਾ ਹੈ 5 ਅੱਖਰ ਜੇ ਸਨ, ਸੱਸਾ, ਖੱਖਾ, ਗੱਗਾ, ਜੱਜਾ, ਫੱਫਾ। ਇਹਨਾਂ ਦੇ ਪੈਰਾਂ 'ਚ ਬਿੰਦੀ ਲੱਗਣੀ ਸ਼ੁਰੂ ਹੋਈ ਅਤੇ ਉਹਦੀ ਆਵਾਜ਼, ਸੱਸੇ ਦੀ ਆਵਾਜ਼ ਹੋ ਗਈ ਸ਼ਸ਼ਾ ਸ਼, ਖੱਖੇ ਦੀ ਆਵਾਜ਼ ਹੋ ਗਈ ਖ, ਗੱਗੇ ਦੀ ਆਵਾਜ਼ ਹੋਈ ਗ, ਜੱਜੇ ਦੀ ਆਵਾਜ਼ ਹੋ ਗਈ ਜ਼, ਫੱਫੇ ਦੀ ਆਵਾਜ਼ ਹੋਈ ਫ। ਨਹੀਂ ਤਾਂ ਪਹਿਲਾਂ ਜ਼ੋਰ ਹੀ ਹੁੰਦਾ ਸੀ, ਫਿਰ ਹੈ ਜ਼ੋਰ। ਜਦੋਂ ਫਾਰਸੀ ਦੇ ਪ੍ਰਚਲਨ ਹੋ ਗਿਆ ਜ਼ਿਆਦਾ, ਫਿਰ ਜੱਜੇ ਦੇ ਪੈਰ 'ਚ ਬਿੰਦੀ ਲੱਗਣੀ ਸ਼ੁਰੂ ਹੋ ਗਈ। ਪਹਿਲਾਂ ਸ਼ੇਰ, 16 ਛਟਾਕਣਾ ਸ਼ੇਰ, ਤਾਂ ਵੀ ਇਹੀ ਸਪੈਲਿੰਗ ਸਨ। ਸ਼ੇਰ ਜੰਗਲ ਦਾ ਸ਼ੇਰ ਸੀ ਤਾਂ ਵੀ ਸ਼ੇਰ ਹੀ ਸੀ ਲਿਖਿਆ ਜਾਂਦਾ ਸੀ। ਹੈ ਹੀ ਨਹੀਂ ਸਨ ਬਿੰਦੀਆਂ ਉਹਦੇ ਪੈਰਾਂ 'ਚ, ਇਸ ਲਈ ਸ਼ੇਰ ਹੀ ਲਿਖਿਆ ਜਾਂਦਾ ਸੀ। ਫਿਰ ਜਦੋਂ ਲੋੜ ਪਈ, ਇਹ 5 ਅੱਖਰਾਂ ਦੇ ਪੈਰਾਂ 'ਚ ਬਿੰਦੀਆਂ ਆ ਗਈਆਂ। ਫਿਰ ਲੋੜ ਪਈ, ਉਹ ਹੋ ਗਏ ਵੀ ਲੱਲਾ ਜਿਹੜਾ ਹੈ, ਗੋਲਾ ਅਤੇ ਗੋਲਾ ਇੱਕੋ ਤਰੀਕੇ ਨਾਲ ਲਿਖਿਆ ਜਾਂਦਾ ਸੀ। ਗੋਲਾ ਪੜ੍ਹੋਗੇ ਤਾਂ ਨੌਕਰ ਹੋ ਗਿਆ, ਗੋਲਾ ਪੜ੍ਹੋਗੇ ਤਾਂ ਗੋਲ ਚੀਜ਼ ਹੋ ਗਈ। ਆ ਕਈ ਬੱਚੇ ਗੋਲਾ ਸੁੱਟਦੇ ਨੇ, ਉਹਨੂੰ ਆਪਾਂ ਗੋਲਾ ਨਹੀਂ ਕਹਿੰਦੇ, ਉਹਨੂੰ ਕੀ ਨੇ ਗੋਲਾ। ਲੋੜ ਪੈ ਗਈ ਲੱਲੇ ਦੇ ਪੈਰ 'ਚ ਬਿੰਦੀ ਲਾਉਣ ਦੀ। ਇਸ ਤਰ੍ਹਾਂ 40 ਦੀ ਪਹਿਲਾਂ 35, ਫਿਰ 40 ਹੋ ਗਏ, ਹੁਣ 41ਵਾਂ ਵੀ ਹੋ ਗਿਆ। ਫਿਰ ਇੰਗਲਿਸ਼ ਆ ਗਈ। ਇੰਗਲਿਸ਼ ਦੇ ਵਿੱਚ ਫਿਰ ਜੇ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਕਈ ਵਾਰੀ ਅੱਧੇ ਅੱਖਰਾਂ ਦੀ ਲੋੜ ਪੈਂਦੀ ਸੀ ਸਾਨੂੰ ਪੰਜਾਬੀ ਲਿਖਣ ਲਈ, ਅੱਧੇ ਅੱਖਰਾਂ ਦੀ ਲੋੜ ਪੈਂਦੀ ਸੀ। ਉਹ ਫਿਰ ਉਹਦੀ ਥਾਂ 'ਤੇ ਹੁਣ ਫਿਰ ਕੀ ਹੁੰਦਾ, ਅੱਜ ਜਿਹੜੇ ਡਿਕਸ਼ਨਰੀਆਂ ਛਪੀਆਂ ਹੋਈਆਂ ਨੇ ਇੰਗਲਿਸ਼ ਤੋਂ ਪੰਜਾਬੀ ਦੀਆਂ, ਉਹਦੇ ਵਿੱਚ ਕੀ ਹੈ,
ਵੀ ਜੇ ਕਿਸੇ ਅੱਖਰ ਨੂੰ ਅੱਧਾ ਬਣਾਉਣਾ ਹੈ ਉਹਦੇ ਹੇਠਾਂ ਟੇਢੀ ਲਾਈਨ ਲਾਉਂਦੇ ਨੇ। ਜਿਹੜੀ ਤੇ ਗੁਰਬਾਣੀ 'ਚ ਟੇਢੀ ਲਾਈਨ ਲੱਗੀ ਹੋਈ ਹੈ ਉਹ ਤੇ ਅੱਧੇ ਹਾਹੇ ਦਾ ਕੰਮ ਕਰਦੀ ਹੈ। ਜਿਹੜੀਆਂ ਅੱਜ ਕੱਲ੍ਹ ਦੀਆਂ ਡਿਕਸ਼ਨਰੀਆਂ ਦੇ ਵਿੱਚ ਟੇਢੀ ਲਾਈਨ ਲੱਗੀ ਹੈ ਉਹ ਅੱਧੇ ਅੱਖਰ ਦਾ ਕੰਮ ਕਰਦੀ ਹੈ। ਉਹ ਅੱਧੇ ਅੱਖਰ ਦਾ ਕੰਮ ਕਰਦੀ ਹੈ। ਇਸ ਲਈ ਲੋੜ ਪੈਂਦੀ ਸਮੇਂ-ਸਮੇਂ 'ਤੇ, ਕਿਉਂਕਿ ਇੱਕ ਜ਼ਬਾਨ ਦੇ ਵਿੱਚ ਜਿਉਂ-ਜਿਉਂ ਲੋੜ, ਹੁਣ ਦੇਖੋ ਪੰਜਾਬੀ ਕਿੰਨੇ ਹੀ ਅੰਗਰੇਜ਼ੀ ਦੇ ਸ਼ਬਦ ਆ ਗਏ ਨੇ, ਹਨ ਅੰਗਰੇਜ਼ੀ ਦੇ, ਪਰ ਉਹਨਾਂ ਦੀ ਵਰਤੋਂ ਕਰ ਕਰਕੇ ਉਹ ਪੰਜਾਬੀ ਦੇ ਹੀ ਲੱਗਦੇ ਨੇ। ਸਾਈਕਲ ਹੈ ਲੈ ਪੰਜਾਬੀ ਦਾ ਹੈ ਹੀ ਨਹੀਂ, ਇਹ ਤਾਂ ਇੰਗਲਿਸ਼ ਦਾ। ਸਾਈਕਲ ਇੰਗਲਿਸ਼ ਦਾ, ਮੋਟਰਸਾਈਕਲ ਇੰਗਲਿਸ਼, ਕਾਰ ਇੰਗਲਿਸ਼ ਹੈ, ਇੰਗਲਿਸ਼ ਦੇ, ਪਰ ਆਮ ਲੱਗਦੇ ਨੇ, ਇਹ ਲੱਗਦੇ ਪੰਜਾਬੀ ਦੇ ਨੇ। ਇੰਨੀ ਆਮ ਵਰਤੋਂ ਹੋ ਗਈ ਹੈ। ਇਸ ਲਈ ਜਿਉਂ-ਜਿਉਂ ਦੂਜੀਆਂ ਜ਼ਬਾਨਾਂ ਦੀ ਸ਼ਬਦਾਂ ਦੀ ਵਰਤੋਂ ਕਰਨੀ ਪੈ ਗਈ, ਉਸੇ ਤਰ੍ਹਾਂ ਹੀ ਫਿਰ ਚੇਂਜ ਹੁੰਦਾ ਗਿਆ। ਇਸੇ ਤਰ੍ਹਾਂ ਹੁਣ ਇਹ ਜਿਵੇਂ ਸ਼ਬਦ ਹੈ ਜੀਉ ਮੈਲੇ, ਇਹਨੂੰ ਮੈਲੇ ਨਹੀਂ ਪੜ੍ਹਨਾ, ਇਹਨੂੰ ਉਹੀ ਤਾਂ ਮੰਮੀ ਨੇ ਦਲਾਂ ਮੈਂ ਤੇ ਲੱਲਣ ਲਾਂ ਲੈ ਮੈਲੇ ਹੋ ਗਿਆ। ਜੇਕਰ ਤੇਰੇ ਕੱਪੜੇ ਮੈਲੇ ਨੇ, ਹਾਲਾਂਕਿ ਕੀ ਗੱਲ ਪੰਜਾਬੀ ਨਹੀਂ ਆਉਂਦੀ, ਵੀ ਕੀ ਗੱਲ ਤਾਂ ਪੰਜਾਬੀ ਨਹੀਂ ਆਉਂਦੀ, ਕੱਪੜੇ ਮੈਲੇ, ਮੈਲੇ ਥੋੜ੍ਹਾ ਹੁੰਦੇ ਨੇ, ਕੀ ਕਹਿੰਦੇ ਆਪਾਂ, ਮੈਲੇ, ਤੇਰੇ ਕੱਪੜੇ ਮੈਲੇ ਹਨ। ਉਦੋਂ ਫਿਰ ਆਪਾਂ ਨੇ ਜੋ ਲਿਖਣਾ ਇਸ ਨੂੰ ਅੱਜ ਦੀ ਪੰਜਾਬੀ 'ਚ, ਫਿਰ ਆਪਾਂ ਲੱਲੇ ਦੇ ਪੈਰ 'ਚ ਬਿੰਦੀ ਲਾਵਾਂਗੇ, ਉਹ ਬਣ ਗਿਆ ਮੈਲੇ। ਜੀਉ ਮੈਲੇ ਬਾਹਰੋਂ ਨਿਰਮਲ, ਅੰਦਰੋਂ ਮੈਲੇ ਨੇ, ਮਨ ਦੇ ਮੈਲੇ ਨੇ, ਬਾਹਰੋਂ ਸਾਫ਼ ਨੇ। ਬਾਹਰੋਂ, ਬਾਹਰ ਤੋਂ, ਜੀਉ ਅੰਦਰ ਤੋਂ, ਅੰਦਰੋਂ ਮੈਲੇ, ਬਾਹਰੋਂ ਨਿਰਮਲ ਨੇ। ਨਿਰਮਲ, ਮਲ ਮੈਨੇ ਮੈਲ, ਨਿਰ ਮੈਨੇ ਬਿਨਾ, ਜਿਹੜਾ ਬਿਨਾ ਮੈਲ ਤੋਂ ਪਾ ਨਿਰਮਲ, ਸ਼ੁੱਧ, ਪਵਿੱਤਰ, ਸਾਫ਼। ਬਾਹਰੋਂ ਨਿਰਮਲ, ਜੀਉ ਤਾਂ ਮੈਲੇ, ਬਾਹਰੋਂ ਤੇ ਸਾਫ਼ ਨੇ, ਮਨ ਦੇ ਮੈਲੇ ਨੇ। ਤਿੰਨੀ ਜਨਮ ਜੂਐ ਹਾਰਿਆ, ਇਹਨੂੰ ਪੜ੍ਹਨਾ ਤਿੰਨੀ, ਤੱਤੇ ਨੂੰ ਸਿਆਰੀ, ਨੰਨੇ ਦੇ ਪੈਰ 'ਚ ਹਾਹਾ, ਬਿਹਾਰੀ ਬਿੰਦੀ, ਤਿੰਨੀ ਉਹਨਾਂ ਨੇ। ਜਿਵੇਂ ਜਿੰਨੀ, ਜਿਨ੍ਹਾਂ ਨੇ, ਤਿੰਨੀ ਉਹਨਾਂ ਨੇ। ਬਾਹਰੋਂ ਨਿਰਮਲ, ਜੀਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰੇ। ਜਿਹੜੇ ਬਾਹਰੋਂ ਸਾਫ਼ ਨੇ ਪਰ ਮਨ ਦੇ ਮੈਲੇ ਨੇ, ਉਹਨਾਂ ਸਮਝੋ ਆਪਣਾ ਮਨੁੱਖਾ ਜੀਵਨ ਜੂਏ 'ਚ ਹਾਰਤਾ। ਕੋਈ ਆਪਾਂ ਚੀਜ਼ ਜੂਏ 'ਚ ਹਾਰ ਜਾਈਏ, ਸਗੋਂ ਬਦਨਾਮੀ ਹੁੰਦੀ ਵੀ ਵਿਅਰਥ ਹੀ, ਕੁਛ ਵੀ ਨਹੀਂ ਖਟਿਆ। ਜੂਆ ਖੇਡਣ ਵਾਲੇ ਕਦੇ ਅਮੀਰ ਨਹੀਂ ਹੋਇਆ ਕਰਦੇ। ਉਹ ਇੱਕ ਵਾਰੀ ਜਿੱਤ ਗਏ, 2 ਵਾਰੀ ਹਾਰ ਗਏ, ਫਿਰ ਕੋਈ ਜਿੱਤ ਗਏ, ਫਿਰ 3 ਵਾਰੀ ਹਾਰ ਗਏ। ਇਹ ਭੁੱਖੇ ਨੰਗੇ ਰਹਿੰਦੇ ਨੇ। ਨਾਲੇ ਜੂਏ ਨੇ ਤਾਂ ਹਿੰਦੁਸਤਾਨ ਕਿੱਡਾ ਵੱਡਾ ਬਰਬਾਦ ਕਰਤਾ ਸੀ। ਜੇ ਪਾਂਡਵਾਂ ਦਾ ਵੱਡਾ ਭਰਾ ਯੁਧਿਸ਼ਠਿਰ ਜੂਆ ਨਾ ਖੇਡਦਾ ਤਾਂ ਆਹ ਹਾਲ ਨਹੀਂ ਸੀ ਹੋਣਾ ਜਿਹੜਾ ਉਹਨਾਂ ਦਾ ਹੋਇਆ। ਜਿਹੜਾ ਉਹਨਾਂ ਦਾ ਹਾਲ ਹੋਇਆ ਉਹ ਨਹੀਂ ਸੀ ਹੋਣਾ। ਪਰ ਲੋਕ ਨਾ ਕਿਸੇ ਘਟਨਾ ਤੋਂ ਕੁਛ ਨਹੀਂ ਸਿੱਖਦੇ। ਮੈਂ ਦੇਖਿਆ ਪਹਿਲਾਂ ਕਹਿੰਦੇ ਜੀ ਇਹ ਕਰੋਨਾ ਜੀ ਸਾਡੀਆਂ ਜ਼ਿੰਦਗੀਆਂ ਬਦਲ ਕੇ ਰੱਖਦੇ, ਕੁਛ ਵੀ ਨਹੀਂ ਹੋਏਗਾ। ਉਹ ਇੱਕ ਵਾਰੀ ਹਟ ਲੈਣ ਦੇ, ਉਸੇ ਤਰ੍ਹਾਂ ਸਭ ਕੁਛ ਹੋ ਜਾਣਾ। ਇੱਕ 3 ਮਹੀਨੇ 'ਚ ਹਟ ਜਾਏਗਾ, ਫਿਰ ਕੁਛ ਵੀ ਨਹੀਂ। ਉਹ ਜਿਹੋ ਜੇ ਅਸੀਂ 4 ਮਹੀਨੇ ਪਹਿਲਾਂ ਸੀ ਉਹੋ ਜਿਹੇ ਮੁੜ ਕੇ ਹੋ ਜਾਵਾਂਗੇ। ਇਹ ਬੰਦਾ ਨਹੀਂ ਬਦਲਦਾ। ਇਹ ਮੁੜ ਕੇ ਉਹ ਜਿਹੇ 2 ਪਈਆਂ ਵਿਸਰ ਗਈਆਂ, ਯਾਰਾਂ ਦੀਆਂ ਦੂਰ ਬੁਲਾਈ, ਕਹਾਵਤ ਨਹੀਂ ਹੈ? ਕਹਾਵਤ 2 ਪਈਆਂ ਵਿਸਰ ਗਈਆਂ, ਯਾਰਾਂ ਦੀਆਂ ਦੂਰ ਬੁਲਾਈ। 2 ਪਈਆਂ 2-4 ਮਿੰਟ ਅਫਸੋਸ ਹੋਇਆ, ਮੁੜ ਕੇ ਫਿਰ ਹੋਏ ਜੀ ਉਹ ਭੁੱਲ ਭੁਲਾਏ ਵੀ ਕਿਉਂ ਪਈਆਂ, ਮੁੜ ਕੇ ਮੈਂ ਕੰਮ ਨਾ ਕਰਾਂ ਨਾ। ਚੋਰ ਨੂੰ ਤੁਸੀਂ ਜੇਲ੍ਹ ਕਰ ਦਿਓ, ਪਹਿਲਾਂ ਤਾਂ ਉਹ ਕੋਸ਼ਿਸ਼ ਕਰੂਗਾ ਅੰਦਰ ਹੀ ਚੋਰੀ ਕਰੀ ਹੈ ਜੇਲ੍ਹ 'ਚ ਹੀ, ਬਾਹਰ ਆ ਕੇ ਫਿਰ ਚੋਰੀਆਂ ਕਰੇਗਾ। ਸੁਧਾਰ ਨਹੀਂ ਹੁੰਦਾ ਕੋਈ। ਭਾਵੇਂ ਜੇਲ੍ਹ ਦੇ ਬਾਹਰ ਲਿਖਿਆ ਜਾਂਦਾ ਸੁਧਾਰ ਘਰ, ਮੈਂ ਤਾਂ ਇੱਕ ਵੀ ਸੁਧਰਦਾ ਨਹੀਂ ਦੇਖਿਆ ਵੀ ਜੇਲ੍ਹ 'ਚ ਬਾਹਰ ਆ ਕੇ ਕੋਈ ਸੁਧਰ ਗਿਆ ਹੋਵੇ। ਨਾਮ ਬਦਲਣ ਨਾਲ ਕੀ ਹੋ ਜਾਏਗਾ? ਗਿਆਨੀ ਜ਼ੈਲ ਸਿੰਘ ਜੀ ਜਦੋਂ ਮੁੱਖ ਮੰਤਰੀ ਹੁੰਦੇ ਸਨ ਪੰਜਾਬ ਦੇ,
ਉਹਨਾਂ ਨੇ ਰੋਪੜ ਦਾ ਨਾਮ ਨਾ ਰੂਪਨਗਰ ਰੱਖਤਾ। ਉਸੇ ਤਰ੍ਹਾਂ ਗੰਦੇ ਦਾ ਗੰਦਾ ਉਹ ਰੂਪਨਗਰ ਰੱਖਣ ਨਾਲ ਇਹ ਥੋੜ੍ਹਾ ਵੀ ਕੋਈ ਸੁੰਦਰ ਹੋ ਗਿਆ। ਉਹ ਰੋਪੜ ਦਾ ਨਾਮ ਰੱਖਦਾ ਬਦਲ ਕੇ ਰੂਪਨਗਰ। ਨਾਮ ਰੱਖਣ ਨਾਲ ਕਿਉਂ ਸੋਹਣਾ ਹੋ ਗਿਆ। ਰੂਪਨਗਰ ਤਾਂ ਉਹਨੂੰ ਕੋਈ ਬੋਲਦੇ, ਹੁਣ ਵੀ ਨਹੀਂ ਕੋਈ ਬੋਲਦਾ। ਹੁਣ ਵੀ ਕਹਿਣ ਕਿੱਥੇ ਆ, ਰੋਪੜ ਜਾਣਾ। ਉਹ ਕਾਗਜ਼ਾਂ 'ਚ ਰੂਪਨਗਰ ਹੈ, ਲੋਕਾਂ ਲਈ ਰੋਪੜ ਹੈ। ਆ ਮੋਹਾਲੀ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਕਾਗਜ਼ਾਂ 'ਚ। ਕਾਗਜ਼ਾਂ ਦਾ ਪਤਾ ਕੀ ਨਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਕੋਈ ਵੀ ਨਹੀਂ ਬੋਲਦਾ। ਕਿੱਥੇ ਚੱਲੇ, ਮੋਹਾਲੀ ਚੱਲੇ ਆ ਜੀ। ਨਾਮ ਬਦਲਣ ਨਾਲ ਕੀ ਹੁੰਦਾ, ਕੁਛ ਨਹੀਂ ਹੁੰਦਾ। ਇਹ ਜਿੰਨਾ ਚਿਰ ਬੰਦਾ ਉਂਝ ਨਾ ਬਦਲੇ, ਇਹ ਨਾਮ ਨਾਲ ਕੀ ਹੁੰਦਾ। ਨਾਮ ਤਾਂ ਰੱਖਦਾ ਬਹਾਦਰ ਸਿੰਘ, ਅਤੇ ਰਾਤ ਨੂੰ ਕਮਰੇ 'ਚ ਡਰੀ ਜਾਂਦਾ। ਕਮਰੇ ਡਰੀ ਜਾਂਦਾ, ਹਨੇਰੇ ਤੋਂ ਹੀ ਡਰੀ ਜਾਂਦਾ। ਜਸ ਵੀ ਤੂੰ ਕੁੰਡੇ ਲਾ ਰੱਖੇ ਨੇ, ਅੰਦਰ ਤੂੰ ਪਿਆ ਹੈ, ਦੱਸ ਕੋਈ ਆਊਗਾ ਤਾਂ ਤੇਰਾ ਦਰਵਾਜ਼ਾ ਤੋੜੇਗਾ। ਹੁਣ ਊਂ ਹੀ ਡਰੀ ਜਾਣਾ ਵੀ ਤੂੰ ਹੈ। ਆ ਬੱਚਾ ਦਿਨੇ ਕਮਰੇ 'ਚ ਜਾਂਦਾ, ਉਸੇ ਕਮਰੇ 'ਚ ਰਾਤ ਨੂੰ ਉਹਨੂੰ ਭੇਜੋ, ਲਾਈਟ ਨਾ ਹੋਵੇ, ਉਹਨੂੰ ਕਹੇ ਕਾਕਾ ਫਲਾਣੀ ਚੀਜ਼ ਲੈ ਕੇ ਨਾ, ਉਸ ਦਾ ਮਾਊਂ ਹੈ। ਉਹ ਪਤਾ ਕੀ ਹੁੰਦਾ, ਮਾਮਾ ਨੇ ਡਰਾਤਾ, ਓਏ ਉਸਨੇ ਜਾਏ ਮਾਊਂ ਹੈ। ਛੋਟੇ ਹੁੰਦੇ ਸੁਣਦੇ ਹੁੰਦੇ ਸੀ। ਉਹੀ ਕਮਰਾ ਸਾਰਾ ਦਿਨ ਉਸ 'ਚ ਫਿਰਦਾ ਰਹਿੰਦਾ ਹੈ। ਫਿਰ ਤਾਂ ਹਨੇਰਾ ਹੋ ਗਿਆ, ਫਿਰ ਜਾਂਦਾ ਨਹੀਂ ਡਰਦਾ ਹੈਗਾ। ਸੋ ਇਸ ਲਈ ਇਹ ਜਿਹੜਾ ਬੰਦਾ ਹੈ, ਇਹ ਨਾ ਸੋਚੋ ਕਿ ਜਿਹੜਾ ਹੈ ਕਰੋਨਾ ਹਟ ਜਾਏਗਾ ਅਤੇ ਪਤਾ ਨਹੀਂ ਬੰਦਾ ਕੋਈ ਚੇਂਜ ਹੋ ਜਾਏਗਾ। ਨਾ, ਇਹਨੇ ਉਹੋ ਜਿਹਾ ਹੀ ਰਹਿਣਾ ਹੈ। ਕਈ ਬਿਲਕੁਲ ਸਾਵਧਾਨੀ ਨਹੀਂ ਰੱਖਦੇ। ਇੱਕ ਮਿਨਿਸਟਰ ਦਾ ਮੈਨੂੰ ਟੈਲੀਫੋਨ ਆਇਆ, ਕਹਿੰਦੇ ਬਾਬਾ ਜੀ ਪਟਿਆਲੇ ਕੋਈ ਪਾਉਂਦੇ ਮਾਸਕ। ਮੈਂ ਜੀ ਇੱਥੇ ਤਾਂ 90% ਘੱਟ ਤੋਂ ਘੱਟ ਲੋਕਾਂ ਨੇ ਪਾਉਂਦੇ। ਕਹਿੰਦੇ ਮੇਰੇ ਜ਼ਿਲ੍ਹੇ ਤਾਂ ਪਾਉਂਦੇ ਹੀ ਕੋਈ ਨਹੀਂ, ਊਂ ਹੀ ਫਿਰੀ ਜਾਂਦੇ ਨੇ। ਬਥੇਰਾ ਪੁਲਿਸ ਉਹਨਾਂ ਨੇ ਕਹਿੰਦੇ ਭਾਈ ਤੁਹਾਡੇ ਫਾਇਦੇ ਲਈ ਕਦੇ ਪਾਉਂਦੇ ਨਹੀਂ ਹੈਗੇ। ਇਹ ਮਨੁੱਖ ਸੋਚਦਾ ਮੈਂ ਨਹੀਂ ਮਰਨਾ, ਮੇਰੇ ਗੁਆਂਢੀ ਨੇ ਮਰਨਾ, ਫਲਾਣੇ ਨੇ ਮਰਨਾ, ਮੈਂ ਥੋੜ੍ਹਾ ਹੀ ਮਰਨਾ। ਉਹਦੀ ਪਤਾ ਲੱਗ ਜਦੋਂ ਅਗਲੇ ਚੱਕ ਕੇ ਲੈ ਜਾਂਦੇ ਆਉਂਦੇ ਨਾ ਵੈਨ, ਫਿਰ ਪੁਲਿਸ ਵੀ ਨਾਲ ਆਉਂਦੀ ਹੈ, ਨਾਲ ਡਾਕਟਰ ਆਉਂਦੇ। ਚਲੋ ਜੀ ਸ਼੍ਰੀਮਾਨ ਜੀ ਸ਼੍ਰੀਮਤੀ ਬੈਠੋ ਗੱਡੀ, ਚਲੋ ਫਿਰ ਰਜਿੰਦਰ ਹਸਪਤਾਲ। ਸੋ ਇਹ ਮਨੁੱਖ ਜਿਹੜਾ ਹੈ ਇਹ ਬਹੁਤਾ ਨਹੀਂ, ਪਰ ਮੈਂ ਦੇਖਿਆ ਸਤਯੁਗ ਦੇ ਵਿੱਚ ਵੀ ਮਨੁੱਖ ਦਾ ਇਹੀ ਸੁਭਾਅ ਸੀ ਜਿਹੜਾ ਹੁਣ ਹੈ। ਸਤਯੁਗ ਦੇ ਵਿੱਚ ਵੀ ਬੱਚਿਆਂ ਦੇ ਇਹੀ ਸੁਭਾਅ ਸੀ ਜਿਹੜਾ ਹੁਣ ਹੈ। ਦੁਆਪਰ 'ਚ ਵੀ ਇਹੀ ਸੁਭਾਅ ਸੀ। ਹੁਣ ਕ੍ਰਿਸ਼ਨ ਮਹਾਰਾਜ ਦਾ ਆਪਣਾ ਪੁੱਤਰ, ਉਹਦੇ ਸਾਰੇ ਦੋਸਤ ਸ਼ਰਾਰਤੀ ਨੇ, ਸਾਧੂਆਂ ਨੂੰ ਮਖੌਲ ਕਰੀ ਜਾਂਦੇ ਨੇ। ਸਾਧੂ ਨੂੰ ਮਖੌਲ ਕਰੀ ਜਾਂਦੇ ਨੇ। ਕ੍ਰਿਸ਼ਨ ਮਹਾਰਾਜ ਦਾ ਲੜਕਾ ਸੋਹਣਾ ਸੀ, ਅਜੇ ਦਾੜੀ ਦੂੜੀ ਨਹੀਂ ਸੀ, ਮੱਸਾਂ ਨਹੀਂ ਫਟੀਆਂ। ਲਓ ਜੀ ਉਹ ਸੋਹਣਾ, ਉਹਨਾਂ ਨੇ ਕੁੜੀ ਬਣਾਤਾ, ਉਹਨੂੰ ਕੁੜੀ ਵਾਲੇ ਕੱਪੜੇ ਪਾਤੇ, ਢਿੱਡ 'ਤੇ ਨਾ ਵੱਡੀ ਸਾਰੀ ਪਾਟੀ ਬਣਤੀ ਵੀ ਐਂ ਲੱਗੇ ਪ੍ਰੈਗਨੈਂਟ ਹੈ ਇਹ, ਐਂ ਲੱਗੇ। ਇੱਕ ਸਾਧੂ ਕੋਲੇ ਗਏ, ਮਹਾਰਾਜ ਜੀ ਮਹਾਰਾਜ ਆਓ ਵੀ ਬੱਚੋ ਕਿਵੇਂ ਆ ਜੀ, ਪੁੱਛਣ ਆਏ ਹਾਂ ਇਹ ਬੀਬੀ ਦੇ ਘਰ ਲੜਕਾ ਹੋਏਗਾ ਕਿ ਲੜਕੀ ਹੋਏਗੀ। ਚਲੋ ਚਲੋ ਸਾਧੂ ਨੂੰ ਮਖੌਲ ਨਹੀਂ ਕਰੀਦਾ। ਅਗਲੇ ਕੋਲੇ ਚਲੇ ਗਏ, ਉਹ ਕਹੇ ਚਲੋ ਚਲੋ ਸਾਧੂ ਨੂੰ ਮਖੌਲ ਨਹੀਂ ਕਰੀਦਾ। ਕਰਦੇ ਕਰਦੇ ਨਾ ਦਰਵਾਸ਼ਾ ਰਿਸ਼ੀ ਕੋਲੇ ਆ ਗਏ। ਉਹ ਕਹੇ ਚਲੋ ਬੱਚੋ ਸਾਧੂ ਨੂੰ ਮਖੌਲ ਨਹੀਂ ਕਰੀਦਾ। ਕਹਿੰਦੇ ਕਮਾਲ ਹੈ, ਅਸੀਂ ਪੁੱਛਣ ਆਏ ਹਾਂ ਵੀ ਇਹਦੇ ਲੜਕਾ ਹੋਊ ਕਿ ਲੜਕੀ ਹੋਊ, ਕਿ ਚਲੋ ਚਲੋ ਸਾਧੂ ਨੂੰ ਮਖੌਲ ਨਹੀਂ ਕਰੀਦਾ। ਇਹ ਤਾਂ ਮੈਂ ਤੁਹਾਨੂੰ ਪਤਾ ਹੀ ਨਹੀਂ ਹੈਗਾ, ਤੁਸੀਂ ਉਂਝੀ ਸਾਧੂ ਹੋ ਤੁਸੀਂ ਬੜੇ। ਕਹਿੰਦਾ ਅੱਛਾ ਦੱਸਾਂ ਫਿਰ। ਭਗਤੀ ਕੀਤੀ ਹੋਈ ਸੀ ਬੜੇ ਸਾਲਾਂ ਦੇ ਹੈ, ਅਤੇ ਉਹ ਰਸਨਾ 'ਤੇ ਫਿਰ ਰੱਬ ਬੈਠ ਜਾਂਦਾ ਹੈ। ਕਹਿੰਦਾ ਹਾਂ ਕਿ ਪੁੱਛਣ ਤੁਸੀਂ ਆਏ ਆ। ਕਹਿੰਦੇ ਇਹਦੇ ਪੇਟ 'ਚ ਉਹ ਹੋਵੇਗਾ ਜਿਹੜਾ ਤੁਹਾਡੇ ਸਾਰੇ ਖਾਨਦਾਨ ਦਾ ਨਾਸ ਕਰ ਦੇਗਾ। ਰੰਗ ਉੱਡ ਗਏ ਨਾਲ ਦੀ ਨਾਲ, ਰੰਗ ਉੱਡ ਗਏ। ਕ੍ਰਿਸ਼ਨ ਮਹਾਰਾਜ ਕੋਲ ਗਏ, ਕਹਿੰਦੇ ਕੀ ਗੱਲ ਹੋਏ ਤੁਹਾਡੇ ਰੰਗ ਉੱਡੇ ਹੋਏ ਨੇ, ਕੀ ਸ਼ਰਾਰਤ ਕੀਤੀ? ਕਹਿੰਦੇ ਆਹ ਗੱਲ। ਉਹ ਮੂਰਖੋ, ਕਹਿੰਦੇ ਮੈਨੂੰ ਕਈ ਦਿਨ ਹੋ ਗਏ ਯੱਗ ਕਰਦਿਆਂ ਹੋਏ, ਮੈਂ ਆਪ ਉਹਨਾਂ ਦੇ ਚਰਨ ਧੋਨਾ, ਉਹਨਾਂ ਦੇ ਹੱਥ ਧੁਆਉਣਾ, ਉਹਨੂੰ ਮੈਂ ਲੰਗਰ ਛਕਾਉਣਾ, ਤੁਸੀਂ ਅਸੀਸ ਦੀ ਥਾਂ 'ਤੇ ਵੱਧ ਅਸੀਸ ਲੈ ਕੇ ਆ ਗਏ ਹੋ। ਉਹ ਜੀ ਤੁਸੀਂ ਤਾਂ ਗੁਰੂ ਹੋ ਜੀ ਉਹਨਾਂ ਦੇ ਜੀ, ਉਹ ਤਾਂ ਤੁਹਾਡੇ ਚੇਲੇ ਨੇ ਜੀ, ਤੁਸੀਂ ਬਦਲ ਦਿਓ ਜੀ ਉਹਨਾਂ ਦੇ ਸਰਾਪ ਨੂੰ। ਕਹਿੰਦੇ ਨਾ, ਇਹ ਪਰਮਾਤਮਾ ਦਾ ਨਿਯਮ ਬਣਿਆ ਹੋਇਆ,
ਹਾਂ, ਪਰਮਾਤਮਾ ਕਿਸੇ ਨੂੰ ਸ਼ਰਾਪ ਦੇ ਦੇ ਤਾਂ ਭਗਤ ਉਸ ਨੂੰ ਬਦਲ ਸਕਦਾ, ਪਰ ਜੇ ਭਗਤ ਕਿਸੇ ਨੂੰ ਸ਼ਰਾਪ ਦੇ ਦੇ ਉਹ ਭਗਵਾਨ ਵੀ ਨਹੀਂ ਬਦਲਦਾ। ਹੁਣ ਤਾਂ ਸ਼ਰਾਪ ਰਹੂਗਾ, ਖਾਨਦਾਨ ਦਾ ਨਾਸ ਹੋਵੇਗਾ। ਸੋ ਚਾਹੇ ਕਲਯੁਗ ਦਾ ਜਵਾਕ ਹੈ, ਚਾਹੇ ਦੁਆਪਰ ਦਾ ਹੈ, ਚਾਹੇ ਤ੍ਰੇਤੇ ਦਾ ਹੈ, ਇਹ ਸੁਭਾਅ ਹੀ ਰਹਿੰਦੇ ਨੇ। ਸੁਭਾਅ ਸਬੂ ਕੋਈ ਨਹੀਂ ਬਦਲਦੇ। ਉਂਝ ਹੀ ਸਾਨੂੰ ਆਦਤ ਹੈ ਕਹਿਣ ਦੀ, ਪਹਿਲੇ ਜ਼ਮਾਨੇ ਬੜੇ ਚੰਗੇ ਹੁੰਦੇ ਸਨ ਜੀ। ਮੈਂ 78 ਸਾਲ ਦਾ ਹੋ ਗਿਆ, ਮੈਂ ਸਾਰੇ ਜ਼ਮਾਨੇ ਵੇਖ ਲਏ ਨੇ। ਜਿੰਨਾ ਪਹਿਲਾਂ ਔਖਾ ਕੰਮ ਸੀ, ਪੱਖੇ ਕੋਈ ਨਹੀਂ ਸਨ, ਉਹ ਹੈਂਡ ਫੈਨ 'ਚ ਹੁੰਦੇ ਸਨ, ਝੱਲੀ ਜਾਓ ਜੀ। ਹੁਣ ਨੀਂਦ ਆ ਰਹੀ, ਕਿੱਥੇ ਪੱਖਾ ਚੱਲ ਹੁੰਦਾ, ਸਮਝੇਗਾ ਕਿ ਉਹ ਪੱਖਾ ਚੱਲੇਗਾ? ਕੌਣ ਕਿਸੇ ਦੇ ਝੱਲੇ ਜੀ? ਮਾਂ ਕਿੰਨੀ ਕੁ ਦੇਰ ਛੋਟੇ ਜਵਾਕ ਨੂੰ ਪੱਖਾ ਚੱਲੇ ਜੀ? ਇਹ ਤਾਂ ਹਾਲ ਹੁੰਦਾ ਸੀ। ਜਦੋਂ ਆ ਪੱਖੇ ਆਏ ਬੜੇ ਮਨ ਨੂੰ ਖੁਸ਼ੀ ਵੀ, ਆਹਾ ਹੁਣ ਥੋੜ੍ਹਾ ਜਿਹਾ ਸੌਖਾ ਹੋ ਗਿਆ। ਆਵਾਜਾਈ ਦਾ ਕੋਈ ਸਾਧਨ ਨਹੀਂ ਸੀ, ਪੈਦਲ ਜਾਂਦੇ ਸਨ। 1963 ਦੇ ਵਿੱਚ ਸਾਈਕਲ ਲਿਆ, ਬੜੀ ਖੁਸ਼ੀ ਹੋਈ ਵੀ ਬੱਲੇ ਬੱਲੇ। ਉਦੋਂ ਨਾ ਸਾਈਕਲ 1, ਘੜੀ 2 ਅਤੇ ਰੇਡੀਓ ਜਾਂ ਟਰਾਂਸਟਰ, ਇਹ ਵਿਆਹ ਦੇ ਵਿੱਚ ਇਹ ਦਿਆ ਕਰਦੇ ਸਨ ਦਾਜ। ਬਈ ਬੱਲੇ ਬੱਲੇ ਜੀ, ਮੁੰਡੇ ਦੇ ਵਿਆਹ 'ਚ ਨਾ ਕੁੜੀ ਵਾਲਿਆਂ ਨੇ ਸਾਈਕਲ ਦਿੱਤਾ, ਇੱਕ ਘੜੀ ਦਿੱਤੀ ਹੈ, ਰੇਡੀਓ ਦਿੱਤਾ, ਕਹਿੰਦੇ ਬੱਲੇ ਬੱਲੇ ਬੜਾ ਦਾਜ ਦਿੱਤਾ। ਉਹ ਵੀ ਸੀ ਸਮਾਂ, ਕਹੀ ਜੋ ਪਹਿਲਾਂ ਬੜਾ ਵਧੀਆ ਹੁੰਦੀ ਸੀ, ਕਹਿਣ ਨਾਲ ਕੀ ਹੈ। ਹੁਣ ਤਾਂ ਜੇ ਕਿਸੇ ਨੇ ਦਲ ਕੇ ਚਲੋ ਮੈਂ ਭਈਆਂ ਨੂੰ ਪੁੱਛਿਆ ਵੀ ਤੁਹਾਡੇ ਕੀ ਦਾਜ ਦਾ ਕੀ ਹਾਲ ਹੈ? ਕਹਿੰਦੇ ਜੀ ਮੁੰਡੇ ਵਾਲੇ ਕਹਿੰਦੇ ਮੋਟਰਸਾਈਕਲ 'ਤੇ ਲੈਣਾ ਹੀ ਲੈਣਾ ਜੀ। ਗਰੀਬ ਮੁੰਡੇ ਦਾ ਵੀ ਤਾਂ ਕੁੜੀ, ਗਰੀਬ ਕੁੜੀ ਹੈ ਤਾਂ ਕਹਿੰਦੇ ਮੋਟਰਸਾਈਕਲ ਤਾਂ ਮੰਗਦੇ ਹੀ ਮੰਗਦੇ, ਮੋਟਰਸਾਈਕਲ ਤਾਂ ਦੇਣਾ ਹੀ ਦੇਣਾ ਹੈਗਾ। ਅਤੇ ਕਿਤੇ ਸਾਈਕਲ ਵੀ ਨਹੀਂ ਸੀ ਹੁੰਦਾ। ਸੋ ਸਾਡੀ ਆਦਤ ਬਣ ਗਈ ਕਹਿਣ ਦੀ, ਪਹਿਲਾਂ ਬੜੇ ਭਲੇ ਸਮੇਂ ਸਨ, ਇਹੋ ਜਿਹੀ ਸੀ ਰੰਡੀ ਰੋਣਾ, ਉਹ ਕੁਛ ਨਹੀਂ ਫਰਕ ਪਿਆ ਕੋਈ ਬਹੁਤਾ। ਮੈਂ ਸਾਰੇ ਵੇਖ ਲਏ ਹਨ। ਮੈਂ ਜਿਹੜਾ ਨਰਕ ਵੀ ਵੇਖ ਲਿਆ, ਸਵਰਗ ਵੀ ਵੇਖ ਲਿਆ ਹੈ। ਤੁਸੀਂ ਤਾਂ ਪੈਦਾ ਹੀ ਸਵਰਗ 'ਚ ਹੋਏ ਹੋ, ਬਸ ਤੁਹਾਨੂੰ ਨਰਕ ਦਾ ਪਤਾ ਨਹੀਂ ਹੈਗਾ। ਜਦੋਂ ਸਾਰੇ ਕੰਮ ਹੱਥਾਂ ਨਾਲ ਕਰਨੇ ਪੈਂਦੇ ਸਨ, ਉੱਧਰੋਂ ਨੌਕਰੀਆਂ ਕਰੋ, ਉੱਧਰੋਂ ਖੇਤੀਬਾੜੀ ਦਾ ਵੀ ਕੰਮ ਕਰੋ, ਉਦੋਂ ਜੀਰੀ ਲਾ ਰਹੇ, ਹੇਠੋਂ ਤੱਤਾ ਪਾਣੀ, ਉੱਤੋਂ ਧੁੱਪ ਪੈ ਰਹੀ ਹੈ, ਪਾਣੀ 'ਚੋਂ ਕੀੜੇ ਉੱਪਰ ਨੂੰ ਚੜ੍ਹ ਰਹੇ ਨੇ, ਬੜਾ ਕੁਛ ਹੁੰਦਾ, ਬੜਾ ਕੁਛ ਯਾਦ ਹੈ ਮੈਨੂੰ। ਮੈਂ ਕਿਹਾ ਹੁਣ ਤਾਂ ਐਸ਼ ਕਰਦੇ ਹਾਂ। ਕਹਿੰਦੇ ਜੀ ਸ਼ਾਹ ਜਹਾਨ ਹੈ, ਉਹਦੇ ਕੋਲ ਤਖਤੇ ਤਾਊਸ ਸੀ ਜੀ। ਇਹ ਅੱਜ ਤਾਂ ਸਾਰੀ ਦੁਨੀਆ ਸ਼ਾਹ ਜਹਾਨ ਤੋਂ ਵੀ ਉੱਪਰ ਹੈ। ਹੁਣ ਤਾਂ ਪੱਖਾ ਚੱਲੇ, ਨੌਕਰ ਰੱਖੇ ਹੋਏ ਸਨ। ਅੱਜ ਦਾ ਕੋਲ ਹੀ ਹੈਗਾ ਕੀ ਉਹ ਕਹਿੰਦੇ ਰਿਮੋਟ ਹੈ, ਪੱਖੇ ਵੀ ਰਿਮੋਟ ਨਾਲ ਚੱਲਦੇ, ਲੋੜ ਨਹੀਂ ਸਵਿਚ ਔਨ ਕਰਨ ਦੀ ਜਾ ਕੇ। ਸੋ ਇਸ ਲਈ ਆਪਾਂ ਨੂੰ ਉਂਝ ਰਿਵਾਜ਼ ਹੈ ਵੀ ਸਤਿਯੁਗ ਬੜਾ ਚੰਗਾ ਹੁੰਦਾ ਸੀ। ਮੈਨੂੰ ਤਾਂ ਇਹੀ ਨਹੀਂ ਪਤਾ ਸਤਿਯੁਗ ਸ਼ੁਰੂ ਕਦੋਂ ਹੋਇਆ ਹੈ। ਸਿਰਫ 10,000 ਸਾਲ ਪਹਿਲਾਂ, ਸਿਰਫ ਅੱਜ ਤੋਂ 10,000 ਸਾਲ ਪਹਿਲਾਂ ਅੱਗ ਦੀ ਕਾਢ ਹੀ ਨਹੀਂ ਸੀ। 10,000 ਸਾਲ ਹੋਏ ਅੱਗ ਦੀ ਕਾਢ ਨਿਕਲਿਆ, ਲੋਕਾਂ ਨੇ ਰੋਟੀਆਂ ਪਕਾ ਕੇ ਖਾਣੀ ਹੁੰਦੀਆਂ, ਮਾਸ ਕੱਚਾ ਖਾਇਆ ਕਰਦੇ ਸਨ ਲੋਕ, ਕੱਚਾ ਮਾਸ ਖਾ ਕੇ ਗੁਜ਼ਾਰਾ ਕਰਦੇ ਸਨ। ਅਤੇ ਜਦੋਂ ਕੱਚਾ ਮਾਸ ਖਾ ਕੇ ਗੁਜ਼ਾਰਾ ਕਰਦੇ ਸਨ, ਨੰਗੇ ਰਹਿੰਦੇ ਸਨ, ਕੱਪੜਾ ਹੈ ਹੀ ਨਹੀਂ ਸੀ, ਕੱਪੜੇ ਦੀ ਕਾਢ ਹੀ ਨਹੀਂ ਸੀ ਹੈਗੀ। ਕੀ ਤੁਸੀਂ ਉਸ ਨੂੰ ਸਤਿਯੁਗ ਕਹੋਗੇ? ਕੀ ਕੋਈ ਪੱਕਾ ਮਕਾਨ ਨਹੀਂ, ਪਹਾੜਾਂ ਦੀ ਕੰਦਰਾਂ 'ਚ ਰਹਿੰਦੇ ਨੇ, ਝੌਂਪੜੀ ਜਿਹੀ ਪਾ ਕੇ ਰਹਿੰਦੇ ਨੇ। ਇਹ ਤਾਂ 10,000 ਸਾਲਾਂ ਦੇ ਵਿੱਚ ਹੀ ਸਭ ਕੁਛ ਹੋਇਆ। ਇਸ ਲਈ ਯੁੱਗਾਂ ਦੀ ਉਮਰ ਬਹੁਤੀ ਲੰਮੀ ਕੋਈ ਨਹੀਂ। ਉਂਝ ਕਹਿੰਦੇ ਜੀ ਸਾਥੀਓ 1 ਲੱਖ ਸਾਲ ਉਮਰ ਬੰਦੇ ਦੀ ਹੁੰਦੀ ਸੀ ਜੀ, ਤ੍ਰੇਤੇ 10,000 ਹੋ ਗਈ ਜੀ, ਦੁਆਪਰ 'ਚ 1,000 ਹੋ ਗਈ ਜੀ, ਹੁਣ 100 ਸਾਲ ਹੋ ਗਏ ਜੀ। ਇਹ ਇੰਨੀ ਕੋਈ ਉਮਰ ਹੁੰਦੀ, 100 ਸਵਾ 100 ਸਾਲ ਹੀ ਹੁੰਦੀ ਸੀ ਉਮਰ ਬਸ। ਅਜੇ 10,000 ਸਾਲ ਦੇ ਇੰਨੇ ਦੇ ਵਿੱਚ 4 ਯੁੱਗ ਬੀਤ ਗਏ ਨੇ। ਜੇ ਹਾਂ ਭਾਈ ਤੁਸੀਂ ਰੋਟੀ ਤੁਹਾਨੂੰ ਨਹੀਂ ਪੱਕੀ ਕੋਈ ਮਿਲਦੀ ਹੈ, ਕੱਚਾ ਮਾਸ ਤੁਸੀਂ ਖਾ ਕੇ ਗੁਜ਼ਾਰਾ ਕਰਦੇ ਹੋ, ਰੋਟੀ ਹੈ ਨਹੀਂ, ਅੱਗ ਦੀ ਕਾਢ ਕੋਈ ਹੈ ਨਹੀਂ, ਸਹੂਲਤ ਕੋਈ ਹੈ ਨਹੀਂ, ਕੱਪੜਾ ਕੋਈ ਹੈ ਨਹੀਂ, ਅਤੇ ਜੇ ਤੁਸੀਂ ਉਸ ਨੂੰ ਸਤਿਯੁਗ ਕਹਿੰਦੇ ਤਾਂ ਫਿਰ ਪਤਾ ਨਹੀਂ ਸਤਿਯੁਗ ਕੀ ਹੁੰਦਾ। ਹੁਣ ਬਹੁਤਾ ਨਹੀਂ ਸਮਾਂ ਹੋਇਆ, ਇਹ ਤਾਂ ਸਾਇੰਸ ਨੇ ਸਿੱਧ ਹੀ ਕਰਤਾ। ਅੱਗ ਦੀ ਕਾਢ ਹੀ 10,000 ਸਾਲ ਪਹਿਲਾਂ ਨਿਕਲੀ ਹੈ। ਉਦੋਂ ਪਹਿਲਾਂ ਕੱਚਾ ਮਾਸ ਖਾ ਕੇ ਲੋਕ ਗੁਜ਼ਾਰਾ ਕਰਦੇ ਹੁੰਦੇ ਸਨ। ਖੇਤੀਬਾੜੀ ਕੋਈ ਨਹੀਂ ਸੀ ਹੁੰਦੀ,
ਉਹ ਖੇਤੀਬਾੜੀ ਉਹ ਤੋਂ ਬਾਅਦ ਹੀ ਸ਼ੁਰੂ ਹੋਈ ਹੈ। ਆਵਾਜਾਈ ਦਾ ਸਾਧਨ ਵੀ ਕੋਈ ਨਹੀਂ ਸੀ ਹੁੰਦਾ। ਪਹਿਲਾਂ ਅੱਗ ਦੀ ਕਾਢ ਨਹੀਂ, ਉਸ ਤੋਂ ਬਾਅਦ ਇਹ ਪਹੀਏ ਦੀ ਕਾਢ ਨਿਕਲੀ ਹੈ। ਜਦੋਂ ਪਹੀਏ ਦੀ ਕਾਢ ਨਿਕਲੀ ਫਿਰ ਇਹ ਗੱਡੇ ਬਣੇ, ਇਹ ਰੇੜੇ ਰੂੜੇ ਬਣੇ, ਗੱਡੇ ਬਣੇ, ਉਸ ਤੋਂ ਬਾਅਦ ਸਾਰੀ ਤਰੱਕੀ ਹੋਈ। ਇਸ ਲਈ ਇਹ ਬਸ ਇਹੋ ਜਿਹੀ ਹਾਲ ਸੀ। ਉਹ ਕੋਈ ਇਹ ਨਹੀਂ ਹੈਗਾ ਵੀ ਹਾਂ ਪਤਾ ਨਹੀਂ ਉਦੋਂ ਕੀ ਸੀ ਜੀ। ਇਸ ਭੁਲੇਖੇ 'ਚ ਨਹੀਂ ਬਹੁਤਾ ਰਹਿਣਾ। ਇਹ ਮਨੁੱਖ ਉਦੋਂ ਵੀ ਇਹੋ ਜਿਹੇ ਸੀ, ਹੁਣ ਵੀ ਇਹੋ ਜਿਹੀ। ਇੰਨੇ ਕਦੇ ਥੋੜ੍ਹਾ ਜ਼ਿਆਦਾ ਚੰਗਾ ਹੋ ਗਿਆ, ਕਿਸੇ ਜ਼ਮਾਨੇ 'ਚ ਮਾੜਾ ਹੋ ਗਿਆ। ਕਿ ਜਿਹੋ ਜਿਹੇ ਰਾਜੇ ਹੋ ਜਾਂਦੇ ਨੇ ਉਹੋ ਜਿਹੇ ਬੰਦੇ ਹੋ ਜਾਂਦੇ ਨੇ। ਜੈਸਾ ਰਾਜਾ ਤਥਾ ਪ੍ਰਜਾ। ਰਾਜਾ ਚੰਗਾ ਆ ਗਿਆ, ਲੋਕ ਚੰਗੇ ਹੋ ਜਾਂਦੇ ਨੇ। ਰਾਜੇ ਮਾੜੇ ਹੋ ਗਏ ਨੇ, ਲੋਕ ਮਾੜੇ ਹੋ ਗਏ ਨੇ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜੀਉ ਮੈਲੇ ਬਾਹਰੋਂ ਨਿਰਮਲ। ਕਈ ਮਨ ਦੇ ਮੈਲੇ ਨੇ, ਬਾਹਰੋਂ ਸਾਫ਼ ਨੇ। ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਜਿਹੜੇ ਬਾਹਰੋਂ ਸਾਫ਼ ਨੇ, ਮਨ ਦੇ ਮੈਲੇ ਨੇ, ਤਿੰਨੀ ਜਨਮ ਜੂਐ ਹਾਰਿਆ। ਉਹਨਾਂ ਨੇ ਸਮਝਿਆ ਆਪਣਾ ਜੀਵਨ ਇਹ ਮਨੁੱਖਾ ਜੀਵਨ ਹੈ ਤੇ ਬੜਾ ਕੀਮਤੀ ਸੀ। ਇਹਨੂੰ ਰਤਨ ਕਿਹਾ ਗਿਆ, ਇਹਨੂੰ ਦੁਰਲੱਭ ਕਿਹਾ ਗਿਆ ਵੀ ਐਵੇਂ ਨਹੀਂ ਮਿਲਦਾ, ਬੜੀ ਦੇਰ ਬਾਅਦ ਪ੍ਰਾਪਤ ਹੋਇਆ ਜਾ ਕੇ। ਹਾਂਜੀ, ਪਰ ਜੂਏ 'ਚ ਹਾਰਤਾ, ਭਾਵ ਇਹ ਵਿਅਰਥ ਹੀ ਹੁਆ ਤਾ ਜੀਵਨ। ਇੰਨਾ ਕੀਮਤੀ ਜੀਵਨ ਸੀ ਅਤੇ ਇਹਨੂੰ ਜੂਏ 'ਚ ਹਾਰਤਾ, ਭਾਵ ਵਿਅਰਥ ਹੁਆ ਤਾ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰੇ। ਤਿਸਨਾ ਭਾਵ ਤ੍ਰਿਸ਼ਨਾ। ਤ੍ਰਿਸ਼ਨਾ ਕਾਹਦੀ? ਮਾਇਆ ਦੀ। ਸਭ ਤੋਂ ਵੱਡੀ ਤ੍ਰਿਸ਼ਨਾ ਮਾਇਆ ਦੀ ਹੀ ਹੈ। ਮਾਇਆ ਦੀ ਖਾਤਰ ਹੀ ਅੱਜ ਮਨੁੱਖ ਆਪਣਾ ਦੇਸ਼, ਆਪਣਾ ਪੰਜਾਬ ਛੱਡ ਕੇ ਬਾਹਰ ਜਾ ਰਿਹਾ ਹੈ। ਇਸ ਭੁਲੇਖੇ 'ਚ ਇਹ ਵੀ ਭਰਮ ਹੈ। ਇਹ ਸੋਚਦੇ ਨੇ ਕਿ ਬਾਹਰ ਨਾ ਜਿਹੜੇ ਪੈਸੇ ਨੇ ਦਰਖਤਾਂ ਨੂੰ ਲੱਗਦੇ ਨੇ। ਅਤੇ ਜਿਵੇਂ ਗੁਰੂ ਨਾਨਕ ਜੀ ਕਹਿੰਦੇ ਮਰਦਾਨਾ, ਕਹਿੰਦੇ ਲੈਣਾ ਜੀ ਆ ਦਰਖਤ ਚਲੋ ਮਠਿਆਈ ਡਿੱਗੂ। ਇਹ ਸੋਚਦੇ ਨੇ ਅਸੀਂ ਇੱਥੇ ਨਾ ਕੈਨੇਡਾ ਅਮਰੀਕਾ ਦਰਖਤ ਹਿਲਾਵਾਂਗੇ, ਨੋਟ ਡਿੱਗਣਗੇ, ਪੌਂਡ ਡਾਲਰ ਡਿੱਗਣਗੇ। ਜਦੋਂ ਉੱਥੇ ਜਾਂਦੇ ਨੇ ਫਿਰ ਨਾਨੀ ਯਾਦ ਆਉਂਦੀ ਹੈ। ਉੱਥੇ ਇਕੱਲਾ ਬੰਦਾ ਨਾ ਦੂਜੇ ਨੂੰ ਰੋਟੀ ਨਹੀਂ ਖਵਾ ਸਕਦਾ। ਆ ਹਿੰਦੁਸਤਾਨ ਦਾ ਸ਼ਾਹੀ ਠਾਠ ਹੈ, ਇੱਕ ਕਮਾਉਂਦਾ ਚਾਰ ਖਾਂਦੇ ਨੇ। ਇੱਕ ਕਮਾਉਂਦਾ ਚਾਰ ਖਾਂਦੇ ਨੇ, ਉੱਥੇ ਇੱਕ ਕਮਾਉਂਦਾ ਇੱਕੋ ਹੀ ਖਾਂਦਾ। ਅਤੇ ਉੱਥੇ ਚਲੇ ਜਾ 15 ਦਿਨਾਂ ਤੱਕ, ਜੇ ਨਾ 16ਵੇਂ ਦਿਨ ਤੈਨੂੰ ਕਹਿਣ ਲੱਗ ਜਾਣ ਹਾਂਜੀ ਅੱਛਾ ਤੁਸੀਂ ਫਿਰ ਤੁਹਾਨੂੰ ਯਾਦ ਨਹੀਂ ਆਉਂਦਾ ਮਗਰ ਪੰਜਾਬ ਹੈ। ਕੋਈ ਦੋਸਤ ਮਿੱਤਰ ਤੁਹਾਨੂੰ ਯਾਦ ਨਹੀਂ ਆਉਂਦੇ? ਮਿਲ ਕੇ ਲਿਆ ਵਾਪਸ ਵੀ ਮਗਰੋਂ ਲਹੋ ਜਾਓ, ਸਾਡਾ ਤਾਂ ਸਾਰਾ ਕੰਮ ਹੀ ਖਰਾਬ ਹੋ ਗਿਆ। ਵੀ ਜਿੰਨੇ ਅਸੀਂ ਪੈਸੇ ਬਚਾਏ ਸੀ ਤੁਹਾਨੂੰ ਖਵਾਉਣ ਦੇ ਲੱਗ ਗਏ ਨੇ। ਇੱਕ ਬੰਦਾ ਸੀ ਨੰਬਰਦਾਰ ਪੰਜਾਬ ਦਾ, 17-18 ਕਿੱਲੇ ਜ਼ਮੀਨ, ਚਿੱਟਾ ਚਾਦਰਾ ਬਣਨਾ, ਚਿੱਟੀ ਕਮੀਜ਼ ਪਾਉਣੀ, ਚਿੱਟੀ ਪੱਗ ਬੰਨ੍ਹਣੀ। ਪਾਕਿਸਤਾਨੋਂ ਆਏ ਹੁਣ। ਲਓ ਜੀ, ਉਹਦਾ ਮੁੰਡਾ ਰੋਜ਼ ਕਿਹਾ ਕਰੇ ਡੈਡੀ ਤੁਸੀਂ ਇੱਥੇ ਆ ਜਾਓ, ਮੈਨੂੰ ਮਿਲ ਜਾਓ। ਚਲੋ ਉਹਨੇ ਟਿਕਟ ਭੇਜਤੀ ਆਉਣ ਜਾਣ ਦੇ। ਉਹਨੇ ਕਿਹਾ ਚੱਲ ਮੁੰਡਾ ਬਹੁਤਾ ਕਹਿੰਦਾ ਜਾ ਹੀ ਆਉਨੇ। ਹੁਣ ਗਿਆ ਤਾਂ ਵਿਖਾਉਣਾ ਵੀ ਤਾਂ ਪੈਣਾ ਨਾ, ਇਹ ਥੋੜ੍ਹੇ ਘਰ ਹੀ ਬੈਠੇ ਰਹੋ ਜੀ। ਹੁਣ ਕੋਈ ਮਿਲਣ ਆਇਆ, ਆਪਾਂ ਉਹਨੂੰ ਪਟਿਆਲੇ ਦੀ ਕੋਈ ਚੀਜ਼ ਹੀ ਨਾ ਵਿਖਾਈਏ ਅਤੇ ਘਰ 'ਚ ਹੀ ਰੋਟੀ ਪਾਣੀ ਖਾਂਦੇ ਖੁੰਦੇ ਰਹੀ। ਤਾਂ ਕਹਿੰਦਾ ਮੈਂ ਇੱਥੇ ਕੀ ਆਇਆ? ਤੈਨੂੰ ਵੇਖਣ, ਤੈਨੂੰ ਤਾਂ ਮੈਂ ਵੇਖਦੀ ਹਾਂ, ਮੈਂ ਤਾਂ ਤੇਰਾ ਦੇਸ਼ ਵੇਖਣ ਆਇਆ। ਜੇ ਵਿਖਾਉਂਦਾ ਤਾਂ ਖਰਚ, ਪਹਿਲਾਂ ਤਾਂ ਉੱਥੇ ਸਰਕਾਰੀ ਨੌਕਰੀ ਤਾਂ ਹੈ ਨਹੀਂ ਵੀ ਛੁੱਟੀ ਮਿਲ ਜਾਓ ਜੀ। ਉਹ ਤਾਂ ਡੇਲੀ ਵੇਜਿਸ ਵਾਲੀ ਗੱਲ ਹੈ, ਕੰਮ ਕਰੋਗੇ ਤਨਖਾਹ ਮਿਲ ਜਾਏਗੀ। ਉਦੋਂ ਤਾਂ ਕੰਮ ਛੱਡੋ ਅਤੇ ਬਾਪੂ ਨੂੰ ਸੈਰ ਕਰੋ। 15 ਦਿਨਾਂ ਬਾਅਦ ਕਹਿੰਦਾ ਡੈਡੀ ਜੀ ਤੁਹਾਡਾ ਜੀਅ ਨਹੀਂ ਲੱਗਦਾ, ਹੁਣ ਤੁਹਾਨੂੰ ਕੋਈ ਕੰਮ ਲੱਭ ਦਿਆਂ ਮੈਂ? ਉਹ ਵੀ ਸਮਝ ਗਿਆ ਅੱਗੋਂ। ਕਹਿੰਦਾ ਸੁਣੋ ਮੇਰੀ ਗੱਲ, ਮੇਰੀ ਵਾਪਸੀ ਟਿਕਟ ਕੱਲ੍ਹ ਦੀ ਕਰ ਦੇ। ਕਹਿੰਦੇ ਨਹੀਂ ਤੁਹਾਡੇ ਕਿੰਨਾ ਬਸ ਲੱਗ ਗਿਆ ਮੈਨੂੰ ਪਤਾ, ਮੈਂ ਤਾਂ ਕੱਲ੍ਹ ਨੂੰ ਵਾਪਸ ਜਾਣਾ। ਅਗਲੇ ਦਿਨ ਆ ਗਿਆ, ਫਿਰ ਆ ਕੇ ਸੁਣਾਵੇ ਹੁਣ ਨਹੀਂ ਕਹਿੰਦਾ ਮੈਂ ਜਾਂਦਾ ਫੌਰਨ। ਐਵੇਂ ਕਹਿੰਦਾ ਮਾਰੀ ਜਾਂਦੇ ਨੇ ਗੱਲਾਂ ਉੱਥੇ, ਖਾਣ ਨੂੰ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਸਵੇਰੇ ਨਿਕਲ ਜਾਂਦੇ ਨੇ ਘਰੋਂ ਥੱਕੇ ਟੁੱਟੇ, ਰਾਤ ਨੂੰ ਆਉਂਦੇ ਨੇ ਬਰੈਡ ਬਰੂੜੀ ਖਾ ਕੇ ਸੌਂ ਜਾਂਦੇ ਨੇ। ਅਤੇ ਉਹਨਾਂ ਪੁੱਛਿਆ ਤੁਸੀਂ ਜਿਹੜੇ ਸ਼ਹਿਰ 'ਚ ਰਹਿੰਦੇ ਕੀ ਵੇਖਿਆ? ਕਹਿੰਦੇ ਵੇਖਣਾ ਕੀ ਸੁਆਹ ਜੀ, ਟਾਈਮ ਹੀ ਨਹੀਂ ਲੱਗਦਾ ਵੇਖਣ ਨੂੰ। ਸੋ ਇਸ ਲਈ ਐਵੇਂ ਮਨੁੱਖ ਨੂੰ ਭੁਲੇਖੇ, ਮਨੁੱਖ ਸੈਂਸੇ 'ਚ ਭਰਮ ਦੇ ਵਿੱਚ ਹੈ। ਇਹ ਤਿਸਨਾ ਵੱਡਾ ਰੋਗ ਲੱਗਾ।
ਇਹ ਮਾਇਆ ਦਾ ਜਿਹੜਾ ਹੈ ਬੜਾ ਵੱਡਾ ਰੋਗ ਹੈ। ਇਹ ਤ੍ਰਿਸ਼ਨ ਹੈ, ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਆ ਕਈ ਲੀਡਰਾਂ ਦੇ ਨਾ ਇੱਕੋ ਦੇਸ਼ ਦੇ 4-4 ਥਾਵਾਂ 'ਤੇ ਕੋਠੀਆਂ, ਬਾਹਰਲੇ ਦੇਸ਼ਾਂ ਦੇ ਵੱਡੇ ਵੱਡੇ ਜਿਹੜੇ 5 ਸਟਾਰ ਹੋਟਲ, ਵੀ ਪਤਾ ਨਹੀਂ 4-4 ਥਾਵਾਂ 'ਤੇ ਕੋਠੀਆਂ, ਕਿਤੇ ਕਦੇ ਕਿਸੇ ਕੋਠੀ, ਕਦੇ ਕਿਸੇ ਮਹਿਲ 'ਚ, ਕਦੇ ਕਿਸੇ ਮਹਿਲ 'ਚ। ਕੀ ਇਹੀ ਹੈ ਨਾ ਵੀ ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਇਹ ਤ੍ਰਿਸ਼ਨਾ ਦਾ ਬਹੁਤ ਵੱਡਾ ਰੋਗ ਹੈ। ਇਹਨੇ ਕੀਤਾ ਕੀ ਤ੍ਰਿਸ਼ਨਾ ਨੇ? ਮਰਨ ਮਨੋ ਵਿਸਾਰਿਆ, ਮੌਤ ਨੂੰ ਮਨ 'ਚ ਭੁਲਾਈ ਦਿੱਤਾ। ਮਨੁੱਖ ਨੂੰ ਭੁੱਲ ਗਿਆ ਮੈਂ ਮਰਨਾ, ਭੁੱਲ ਹੀ ਗਿਆ। ਮਾਇਆ ਇਕੱਠੀ ਕਰਨ 'ਤੇ ਲੱਗਾ ਹੋਇਆ, ਹੋਰ ਇਕੱਠੀ ਕਰ ਲਓ, ਹੋਰ ਇਕੱਠੀ ਕਰ ਲਓ, ਬਾਲ ਬੱਚਿਆਂ ਲਈ ਇਕੱਠੀ ਕਰ ਲਓ, ਪੋਤੇ ਪੋਤਰਿਆਂ ਲਈ ਇਕੱਠੀ ਕਰ ਲਓ, ਅੱਗੇ ਪੜੋਤਿਆਂ ਲਈ ਇਕੱਠੀ ਕਰ ਲਓ। ਹਾਂਜੀ, ਉਹ ਭਲਿਆ ਮਾਨਸਾ, ਜਿਸ ਕੰਮ ਤੂੰ ਹੈ ਤੂੰ ਉਹ ਤਾਂ ਕਰ। ਜਾ ਕੋ ਆਏ ਸੋਈ ਬਿਹਾਜੋ, ਜਿਸ ਕੰਮ ਲਿਆ ਤੁਸੀਂ ਉਹ ਕਰੋ। ਇਹ ਤ੍ਰਿਸ਼ਨਾ ਹੈ। ਇਹਨੂੰ ਬੜਾ ਵੱਡਾ ਰੋਗ ਕਿਹਾ ਹੈ, ਕਿਉਂਕਿ ਮਾਇਆ ਦੀ ਤ੍ਰਿਸ਼ਨਾ ਸਭ ਤੋਂ ਵੱਡੀ ਹੈ। ਆ ਮਾਇਆ ਦੀ ਖਾਤਰ ਗਲਤ ਤਰੀਕੇ ਨਾਲ ਬਾਹਰਲੇ ਦੇਸ਼ਾਂ ਜਾਂਦੇ ਨੇ, ਫਿਰ ਉੱਥੇ ਜੇਲਾਂ ਹੋ ਜਾਂਦੀਆਂ ਨੇ, ਜੇਲਾਂ ਹੁੰਦੀਆਂ ਨੇ। ਇੱਕ ਨੂੰ ਪਰਿਵਾਰ ਨੂੰ ਮੈਂ ਕਿਹਾ ਤੁਸੀਂ ਬਾਹਰ ਨਾ ਜਾਓ। ਨਾ ਜੀ, ਮੈਂ ਨਾ ਜਾਓ, ਤੁਸੀਂ ਚੰਗੇ ਰਹੋ। ਨਾ ਜੀ, ਮੈਂ ਚੰਗੇ ਜਾਓ ਜੀ। ਲੱਖਾਂ ਰੁਪਈਏ ਲੱਗ ਗਏ, ਦਿੱਲੀ ਮੁੜੇ। ਉਹਨੇ ਲਾਰਾ ਲਾਇਆ ਏਜੰਟ ਨੇ, ਮੈਂ ਤੁਹਾਡੇ ਨਾਲ ਅਮਰੀਕਾ ਜਾਊਂਗਾ। ਉਹਨੇ ਬੜਾ ਹੋ ਗਿਆ, ਸਾਡੇ ਨਾਲ ਕਾ ਉੱਥੇ ਛੱਡ ਕੇ ਆਊਂ, ਕੰਮ ਤੁਹਾਨੂੰ ਦਿਲਾ ਕੇ ਆਊਂਗਾ। ਨਾ ਕੋਈ ਪਾਸਪੋਰਟ, ਕੁਛ ਵੀ ਨਾ ਬਣਾਏ, ਕੱਖ ਨਹੀਂ ਉਹਨਾਂ ਦਾ। ਆ ਗਿਆ ਜੀ ਤੁਹਾਡਾ ਵੀਜ਼ਾ ਆ ਗਿਆ, ਬਸ ਕੱਲ੍ਹ ਨੂੰ ਤਿਆਰ ਹੋ, ਮੈਂ ਤੁਹਾਡੇ ਨਾਲ ਚੱਲਾਂਗਾ। ਲੈ ਵੀ ਗਿਆ ਦਿੱਲੀ, ਆਪਣੀ ਗੱਡੀ ਕਰਕੇ ਦਿੱਲੀ ਵੀ ਲੈ ਗਏ ਉਹਨਾਂ ਨੂੰ। ਏਅਰਪੋਰਟ ਦੇ ਕੋਲ ਜਾ ਕੇ ਉਤਾਰ ਤੇ ਬਾਹਰਲੇ ਪਾਸੇ, ਕਿ ਤੁਸੀਂ ਇੱਥੇ ਖੜੋ, ਮੈਂ ਆਉਣਾ। ਅਤੇ ਆਪ ਗੱਡੀ ਲੈ ਕੇ ਵਾਪਸ ਆ ਗਏ। ਉਹ ਉਡੀਕਦੇ ਰਹੇ, ਦੇਖਿਆ ਜਦੋਂ ਟੈਲੀਫੋਨ ਕਰਿਆ ਕਰਨ, ਉਹ ਮਿਲੇ ਹੀ ਕੋਈ ਨਾ। ਰਾਤ ਨੂੰ ਚੁੱਪ ਕਰਕੇ ਵਾਪਸ ਆ ਗਏ। ਅਗਲੇ ਦਿਨ ਚੰਡੀਗੜ੍ਹ ਆਏ, ਉਹ ਪਤਾ ਲੱਗਾ ਤਾਂ ਜੰਦਰਾਂ ਲਾ ਕੇ ਪਤਾ ਕਿੱਧਰ ਭੱਜ ਭੁੱਜ ਗਏ। ਪਤਾ ਨਹੀਂ ਕਿੰਨਿਆਂ ਨਾਲ ਕੀਤਾ ਹੁਣ। ਇਹ ਗਲਤ ਤਰੀਕਿਆਂ ਨਾਲ ਜਾਂਦੇ ਨੇ। ਕਿਉਂ? ਵੀ ਮਾਇਆ ਕਮਾਵਾਂਗੇ। ਉਹ ਭਲਿਓ ਮਾਨਸੋ, ਜਦੋਂ ਤੁਹਾਡੇ ਕੋਲ 40 ਲੱਖ ਲਾ ਕੇ ਤੁਸੀਂ ਬਾਹਰ ਜਾਓਗੇ, ਇੱਥੇ ਤਾਂ 5 ਲੱਖ ਲਾ ਕੇ ਕੋਈ ਕੰਮ ਸ਼ੁਰੂ ਕਰ ਲਓ ਤਾਂ ਵੀ ਤਾਂ ਰੋਟੀ ਖਾ ਲਓਗੇ ਨਾ। ਬਸ ਬਾਹਰ ਜਾਣਾ। ਇਹ ਤ੍ਰਿਸ਼ਨ ਹੈ। ਹੋਰ ਮਾਇਆ ਹੋਵੇ, ਹੋਰ ਹੋਵੇ, ਹੋਰ ਹੋਵੇ। ਇਹ ਮਨ ਨਹੀਂ ਰੱਜਿਆ ਕਰਦਾ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਇਹ ਤ੍ਰਿਸ਼ਨਾ, ਮਾਇਆ ਦੀ ਤ੍ਰਿਸ਼ਨਾ ਦਾ ਐਡਾ ਵੱਡਾ ਰੋਗ ਹੈ ਕਿ ਇਹਨੇ ਮੌਤ ਹੀ ਭੁਲਾ ਦਿੱਤੀ ਹੈ। ਵੈਸੇ ਮਰਨਾ ਵੀ ਕਦੇ। ਵੇਦਾਂ ਮਹਿ ਨਾਮ ਉਤਮ, ਸੋ ਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ। ਵੇਦਾਂ ਦੇ ਵਿੱਚ ਨਾਮ ਦੀ ਮਹਿਮਾ ਲਿਖੀ ਹੋਈ ਹੈ, ਨਾਮ ਦੀ ਮਹਾਨਤਾ ਲਿਖੀ ਹੈ। ਸੋ ਸੁਣੇ ਨਹੀਂ, ਉਹ ਤਾਂ ਸੁਣਦੇ ਹੀ ਨਹੀਂ। ਬਾਣੀ ਤਾਂ ਲੋਕ ਸੁਣਦੇ ਹੀ ਨਹੀਂ। ਪੜ੍ਹਨੀ ਤਾਂ ਕਿਤੇ ਰਹੀ। ਬਾਬਾ ਜੀ ਮੈਂ ਨਾ ਕੈਨੇਡਾ ਜਾਣਾ, ਮੈਂ ਆਹ ਪਾਠ ਕਰ। ਕੋਲ ਮਾਂ ਬੋਲਦੀ ਹੈ, ਮਾਂ ਨੂੰ ਪਤਾ ਹੈ ਨਾ ਵੀ ਇਹਨੇ ਪਾਠ ਕਰਨਾ ਕੋਈ ਨਹੀਂ। ਜੀ ਮੈਂ ਪਾਠ ਕਰ ਲਾਂ? ਮੈਂ ਕਿਉਂ? ਇਹਦੀ ਲੱਤਾਂ ਬਾਹਾਂ ਟੁੱਟੀਆਂ, ਤੁਹਾਡੇ ਨਾਲ ਤਾਂ ਵੱਧ ਪੜ੍ਹਿਆ ਹੋਇਆ ਇਹ। ਮੈਂ ਭੈਣ ਜੀ ਤੁਸੀਂ ਕਿੰਨੇ ਪੜ੍ਹੇ? ਕਿ ਮੈਂ 8 ਪੜ੍ਹੀ ਹੈ। ਫਿਰ ਮੈਂ ਇਹ ਤਾਂ +2 ਹੈ। ਇਹ ਕਿਉਂ ਨਹੀਂ ਪਾਠ ਕਰਦਾ? ਜੇ ਇਹਨੇ ਨਹੀਂ ਕਰਨਾ ਕੁਰਨਾ, ਦੱਸੋ। ਜਾਣਾ ਫੋਰਨ ਕੰਟਰੀ ਨੂੰ ਹੈ, ਪਾਠ ਕਰਨ ਲਈ ਅਸੀਂ ਤਿਆਰ ਨਹੀਂ ਹੈਗੇ। ਪਾਠ ਵੀ ਉਂਝ ਹੀ ਕੰਮ ਹੋ ਜਾਏ। ਇਸ ਕਰਕੇ ਵੇਦਾਂ ਮਹਿ ਨਾਮ ਉੱਤਮ, ਸੋ ਸੁਣੇ ਨਹੀਂ। ਵੇਦਾਂ ਜੋ ਨਾਮ ਦੀ ਜੋ ਮਹਿਮਾ ਦਿੱਤੀ ਹੋਈ ਹੈ, ਉਹ ਨਾਮ ਤਾਂ ਸੁਣਦਾ ਹੀ ਨਹੀਂ ਹੈਗਾ। ਵੇਦਾਂ ਨੂੰ ਤਾਂ ਸੁਣਦਾ ਹੀ ਨਹੀਂ। ਫਿਰੇ ਜਿਉਂ ਬੇਤਾਲਿਆ। ਬੇਤਾਲਿਆਂ ਦੇ ਕਮਲੇ ਦੀ ਤਰ੍ਹਾਂ ਫਿਰੀ ਜਾਂਦੇ ਨੇ। ਕਮਲੇ ਗੁਰਬਾਣੀ, ਬਿਨ ਨਾਮੇ ਜਗ ਕਮਲਾ ਫਿਰੈ। ਪੜ੍ਹਦੇ ਨਾ, ਬਿਨ ਨਾਮੇ ਜਗ ਕਮਲਾ ਫਿਰੈ। ਨਾਮ ਤੋਂ ਬਿਨਾਂ ਦੇ ਕਮਲੇ ਨੇ, ਭੂਤ ਪ੍ਰੇਤ ਜੇ ਬਣੇ ਹੋਏ ਲੋਕ ਨੇ। ਹਾਂਜੀ, ਜਿਵੇਂ ਇੱਕ ਵਾਰੀ ਸੰਤ ਈਸ਼ਰ ਸਿੰਘ ਮਹਾਰਾਜ ਬੈਠੇ, ਸੰਗਤ ਬੈਠੀ ਹੈ, ਆਪਣਾ ਆਪਣਾ ਦੁੱਖ ਦੱਸ ਕੇ ਪੁੱਛ ਰਹੇ ਨੇ।
ਇੱਕ ਬੰਦਾ ਕਹਿੰਦਾ ਵੀ ਬਾਬਾ ਜੀ ਤੁਸੀਂ ਭੂਤ ਪ੍ਰੇਤ ਦੇਖੇ ਨੇ? ਕਹਿੰਦੇ ਅਸੀਂ ਤਾਂ ਭਾਈ ਰੋਜ਼ ਹੀ ਵੇਖਦੇ ਹਾਂ। ਕਹਿੰਦੇ ਰੋਜ਼ ਵੇਖਦੇ ਆ? ਹਾਂ। ਕਹਿੰਦੇ ਅਸੀਂ ਤਾਂ ਭਾਈ ਰੋਜ਼ ਹੀ ਵੇਖਦੇ ਹਾਂ। ਕਹਿੰਦੇ ਤੁਸੀਂ ਸਾਨੂੰ ਵਿਖਾ ਸਕਦੇ ਹੋ? ਕਹਿੰਦੇ ਹਾਂ ਵਿਖਾ ਸਕਦੇ ਹਾਂ। ਕਿੱਦਾਂ ਵਿਖਾਓਗੇ? ਕਹਿੰਦੇ ਹੁਣੇ ਵਿਖਾ ਦਿੰਦੇ ਹਾਂ। ਕਹਿੰਦੇ ਹੁਣੇ ਵਿਖਾ ਦਿਓ? ਕਹਿੰਦੇ ਹਾਂ ਹੁਣੇ ਵਿਖਾ ਦਿੰਦੇ ਹਾਂ। ਕਹਿੰਦੇ ਜੀ ਵਿਖਾ ਦਿਓ। ਉਹ ਜਿੰਨੇ ਬੈਠੇ ਸਨ ਲੋਕ ਕਹਿੰਦੇ ਵੀ ਗੁਰਮੁਖੋ ਸੱਚੋ ਸੱਚ ਤੁਹਾਡੇ ਜੋ ਜਿੰਨੇ ਸ਼ਰਾਬ ਪੀਂਦੇ ਨੇ ਸਾਰੇ ਖੜੇ ਹੋ ਜਾਓ। ਕਿ ਨਹੀਂ ਖੜੇ ਹੋ ਗਏ? ਮਹਾਂਪੁਰਖ ਵੀ ਝੂਠ ਕਾਹਨੂੰ ਬੋਲਣਾ, ਜਾਣੀ ਜਾਣ ਨੇ। ਖੜੇ ਹੋ ਗਏ। ਕਹਿੰਦੇ ਦਰਸ਼ਨ ਕਰ ਲੈ। ਇਹ ਜਿਉਂਦੇ ਹੀ ਭੂਤ ਨੇ, ਮਰ ਕੇ ਤਾਂ ਨਾ ਬਣਨਾ ਹੀ ਬਣਨਾ, ਆ ਜਿਉਂਦੇ ਹੀ ਨੇ, ਦਰਸ਼ਨ ਕਰ ਲੈ। ਇਹ ਹੈ ਬੇਤਾਲੇ। ਫਿਰੇ ਜਿਉਂ ਬੇਤਾਲਿਆ। ਕਹਿੰਦੇ ਕਮਲਿਆਂ ਦੀ ਤਰ੍ਹਾਂ ਫਿਰੀ ਜਾਂਦੇ। ਨਾਮ ਜਿਹੜਾ ਜਿਹਦੀ ਮਹਿਮਾ ਲਿਖੀ ਹੈ ਕਿ ਭਾਈ ਨਾਮ ਜਪੋ ਨਾਮ ਜਪੋ, ਉਹ ਸੁਣਦੇ ਹੀ ਨਹੀਂ ਗੱਲ। ਕਹੇ ਨਾਨਕ ਜਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰੇ। ਗੁਰੂ ਮਹਾਰਾਜ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ, ਤਜਿਆ ਦਾ ਛੱਡ ਦਿੱਤਾ, ਜਿਨ੍ਹਾਂ ਨੇ ਪਰਮਾਤਮਾ ਨੂੰ ਛੱਡ ਦਿੱਤਾ ਹੈ, ਕੂੜੇ ਲਾਗੇ ਮਾਇਆ 'ਚ ਲੱਗ ਗਏ ਨੇ। ਕੂੜ ਮਾਇਆ ਨੂੰ ਕਹਿੰਦੇ ਨੇ, ਸੱਚ ਪਰਮਾਤਮਾ। ਪਰਮਾਤਮਾ ਨੂੰ ਛੱਡਦਾ, ਪਰਮਾਤਮਾ ਦਾ ਨਾਮ ਨਹੀਂ ਜਪਦੇ, ਕੂੜੇ ਲਾਗੇ ਇਹ ਮਾਇਆ 'ਚ ਲੱਗੇ ਹੋਏ ਹਨ। ਤਿੰਨੀ ਜਨਮ ਜੂਏ ਹਾਰ। ਸਮਝੋ ਉਹਨਾਂ ਨੇ ਆਪਣਾ ਮਨੁੱਖਾ ਜੀਵਨ ਜੂਏ 'ਚ ਹਾਰ ਦਿੱਤਾ। ਸੋ ਇਸ ਲਈ ਬਾਣੀ ਇਹ ਨਹੀਂ ਕਹਿੰਦੀ ਕਿ ਤੁਸੀਂ ਮਾਇਆ ਨਾ ਕਮਾਓ, ਇਹ ਨਹੀਂ ਕਹਿੰਦੀ। ਸਗੋਂ ਗੁਰੂ ਮਹਾਰਾਜ ਨੇ ਕਿਹਾ ਦਸਾਂ ਨੌਂ ਦੀ ਕਿਰਤ ਕਰੋ। ਵੀ ਸਿੱਖ ਨੇ ਵਿਹਲੇ ਨਹੀਂ ਬਹਿਣਾ, ਹੱਥ 'ਤੇ ਹੱਥ ਧਰ ਕੇ ਨਹੀਂ ਬਹਿਣਾ, ਕਿਸੇ 'ਤੇ ਨਿਰਭਰ ਨਹੀਂ ਹੋਣਾ, ਆਪਣਾ ਕਮਾ ਕੇ ਖਾਣਾ ਹੈ। ਅਤੇ ਉਹ ਵੀ ਦਸਾਂ ਨੌਂ ਦੀ ਕਿਰਤ ਨਾ ਕਰਨਾ। ਕੋਈ ਚੋਰੀ ਡਾਕਾ ਠੱਗੀਆਂ ਠੋਰੀਆਂ ਇਹ ਕੁਛ ਨਹੀਂ ਕਰਨਾ। ਦਸਾਂ ਨੌਂ ਦੀ ਕਿਰਤ ਕਰਨੀ ਹੈ। ਫਿਰ ਗੁਰੂ ਘਰ ਨੂੰ ਵੀ ਕੁਛ ਦੇਣਾ ਸਮਰੱਥਾ ਅਨੁਸਾਰ। ਉਹੀ ਤਾਂ ਦਸਵੰਧ ਕਿਹਾ, ਪਰ ਚਲੋ ਜੇ ਨਹੀਂ ਪਈ 1% 2%, ਜਿਵੇਂ ਮੁਸਲਮਾਨਾਂ ਨੂੰ ਹੁਕਮ ਹੈ ਤੁਸੀਂ 1.5% ਦੇਣਾ ਹੈ। ਇਹ ਦਾਨ ਕਰਨਾ ਸਾਰੇ ਧਰਮਾਂ 'ਚ ਹੈ। ਮੁਸਲਮਾਨ ਧਰਮ 'ਚ ਹੈ ਕਿ ਤੁਸੀਂ ਆਪਣੀ ਕਿਰਤ ਕਮਾਈ ਦਾ 1.5% 1.5% ਦਾਨ ਕਰਨਾ ਹੈ। ਸੋ ਕੁਝ ਨਾ ਕੁਝ ਜਿਹੜਾ ਹੈ ਇਹ ਗੁਰੂ ਘਰ ਨੂੰ ਦਾਨ ਕਰੀਦਾ ਹੁੰਦਾ, ਕਿਉਂਕਿ ਗੁਰੂ ਘਰ ਨੇ ਲੰਗਰ ਲਾਉਣੇ ਨੇ, ਸਕੂਲ ਖੋਲ੍ਹਣੇ ਨੇ, ਕਾਲਜ ਖੋਲ੍ਹਣੇ ਨੇ, ਹਸਪਤਾਲ ਖੋਲ੍ਹਣੇ ਨੇ, ਬੜਾ ਕੁਛ ਖੋਲ੍ਹਣਾ ਹੁੰਦਾ। ਆ ਸ਼੍ਰੋਮਣੀ ਕਮੇਟੀ ਦੇਖੋ ਕਿੰਨੇ ਸਕੂਲ, ਕਿੰਨੇ ਕਾਲਜ, ਕਿੰਨੇ ਹਸਪਤਾਲ ਚੱਲਦੇ ਨੇ। ਜੇ ਪੈਸਾ ਸੰਗਤ ਦਿੰਦੀ ਤਾਂ ਹੀ ਦਿਨ ਰਾਤ ਲੰਗਰ ਲੱਗੇ ਰਹਿੰਦੇ ਨੇ। ਲੋਕਾਂ ਦੇ ਰਹਿਣ ਨੂੰ ਸਰਾਵਾਂ ਬਣੀਆਂ ਹੋਈਆਂ ਨੇ, ਸਹੂਲਤਾਂ ਨੇ ਸਾਰੀਆਂ। ਇਸ ਲਈ ਜਿੰਨਾ ਕੁ ਹੋ ਸਕੇ ਆਪਣੀ ਸਮਰੱਥਾ ਦੇ ਅਨੁਸਾਰ ਗੁਰੂ ਘਰ ਨੂੰ ਕੁਝ ਨਾ ਕੁਝ ਜ਼ਰੂਰ ਜਿਹੜਾ ਭੇਟਾ ਕਰਨੀ ਚਾਹੀਦੀ ਹੈ। ਨਾਮ ਜਪਣਾ ਸਭ ਤੋਂ ਵੱਡੀ ਜ਼ਰੂਰੀ ਗੱਲ ਇਹ ਹੈ। ਜਿੱਥੇ ਅਸੀਂ ਮਾਇਆ ਕਮਾਣੀ ਹੈ ਆਪਣੇ ਪਰਿਵਾਰ ਨੂੰ ਪਾਲਣ ਲਈ, ਇਹ ਯਾਦ ਰੱਖਣਾ ਨਿਰਾ ਇੱਕੋ ਕੰਮ ਹੀ ਨਹੀਂ ਕਰੀ ਜਾਣਾ। ਮੰਨ ਲਓ ਤੁਸੀਂ ਸਿਰਫ ਨਾਮ ਹੀ ਜਪਦੇ ਰਹਿੰਦੇ ਹੋ ਅਤੇ ਕਿਰਤ ਨਹੀਂ ਕਰਦੇ, ਤਾਂ ਵੀ ਤੁਹਾਨੂੰ ਕਿਸੇ ਦੇ ਘਰ ਜਾ ਕੇ ਰੋਟੀ ਖਾਣੀ ਪੈਣੀ, ਮੰਗਣਾ ਪੈਣਾ। ਅਲਖ ਨਿਰੰਜਨ ਸਤਨਾਮ ਜੀ, ਫਿਰ ਦੂਜੇ ਦੇ ਘਰ ਆ ਕੇ ਬੁਝਾਈ ਜੋਗਾ ਆਪਣੀ ਡਫਲੀਆਂ 'ਚ ਜਾ ਕੇ। ਅਗਰ ਸਿਰ ਅਸੀਂ ਨਾਮ ਹੀ ਜਪੇ ਗਏ ਅਤੇ ਕਿਰਤ ਨਾ ਕੀਤੀ ਤਾਂ ਵੀ ਸਾਨੂੰ ਦੂਜਿਆਂ 'ਤੇ ਨਿਰਭਰ ਹੋਣਾ ਪੈਣਾ। ਅਤੇ ਜੇ ਇਕੱਲੀ ਕਿਰਤ ਕੀਤੀ ਅਤੇ ਨਾਮ ਨਾ ਜਪਿਆ ਅਤੇ ਫਿਰ ਛਿੱਤਰ ਖਾਣੇ ਅਤੇ ਧਰਮਰਾਜ ਦੇ। ਹਾਂਜੀ, ਤਾਂ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਸਿੱਖ ਨੇ ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ ਹੈ ਅਤੇ ਵੰਡ ਕੇ ਵੀ ਛਕਣਾ ਹੈ। ਇਹ ਬੜੇ ਜ਼ਬਰਦਸਤ ਸੰਸਾਰ ਨੂੰ ਗੁਰੂ ਨਾਨਕ ਨੇ 3 ਸਿਧਾਂਤ ਦਿੱਤੇ ਨੇ, ਬੜੇ ਹੀ ਜ਼ਬਰਦਸਤ ਨੇ। ਜਦੋਂ ਕਮਿਊਨਿਜ਼ਮ ਆਇਆ ਸੰਸਾਰ ਦੇ ਵਿੱਚ ਤਾਂ ਉਹਨਾਂ ਨੇ 2 ਸਿਧਾਂਤ ਦਿੱਤੇ, ਕਿਰਤ ਕਰੋ ਅਤੇ ਵੰਡ ਕੇ ਛਕੋ। ਇਹ ਉਹਨਾਂ 2 ਸਿਧਾਂਤ ਦਿੱਤੇ। ਪਰ ਨਾਮ ਜਪੋ ਇਹ ਉਹਨਾਂ ਨੇ ਸਿਧਾਂਤ ਦਿੱਤਾ, ਕਿਉਂਕਿ ਕਮਿਊਨਿਸਟ ਰੱਬ ਨੂੰ ਨਹੀਂ ਮੰਨਦੇ। ਚਾਈਨਾ ਵਾਲੇ ਪੁੱਛਿਆ ਤੁਹਾਡਾ ਕੀ ਧਰਮ ਹੈ? ਕਹਿੰਦੇ ਕਿ ਸਾਡਾ ਧਰਮ ਹੈ ਕੰਮ ਕਰਨਾ। ਚਲੋ ਘਰ ਤੋਂ ਕੰਮ ਤੇ ਕਰਦੇ ਨੇ। ਇਸ ਵੇਲੇ ਚੀਨ ਦਾ ਬਣਿਆ ਹੋਇਆ ਸਮਾਨ ਸਾਰੇ ਸੰਸਾਰ 'ਚ ਜਾਂਦਾ ਹੈ, ਸਾਰੇ ਸੰਸਾਰ 'ਚ ਚੀਨ ਦਾ ਬਣਿਆ ਹੋਇਆ ਸਮਾਨ ਜਾਂਦਾ ਹੈ। ਇੰਨੇ ਉਹ ਮਿਹਨਤੀ ਲੋਕ ਨੇ। ਜਾਪਾਨ ਦੇ ਲੋਕ ਬਹੁਤ ਮਿਹਨਤੀ ਗਿਣੇ ਗਏ ਨੇ ਸੰਸਾਰ ਦੇ ਵਿੱਚ। ਚੀਨ ਦੀ ਆਬਾਦੀ 150 ਕਰੋੜ ਹੈ,
ਸਾਡੇ ਤੋਂ ਕੋਈ 20-25 ਕਰੋੜ ਵੱਧ ਉਹਨਾਂ ਦੀ ਆਬਾਦੀ ਹੈ, ਪਰ ਉੱਥੇ ਕੋਈ ਰੌਲਾ ਗੋਲਾ ਨਹੀਂ, ਕਿਉਂਕਿ ਸਭ ਨੂੰ ਰੁਜ਼ਗਾਰ ਮਿਲਿਆ ਹੋਇਆ। ਸਰਕਾਰ ਨੇ ਸਭ ਨੂੰ ਰੁਜ਼ਗਾਰ ਦਿੱਤਾ ਹੋਇਆ ਕਿ ਤੁਸੀਂ ਆਪਣੇ ਘਰਾਂ 'ਚ ਵੀ ਕੰਮ ਸ਼ੁਰੂ ਕਰੋ, ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਤੁਹਾਨੂੰ ਕਰਜ਼ਾ ਚਾਹੀਦਾ, ਕਰਜ਼ਾ ਲਓ, ਹੋਰ ਤੁਹਾਨੂੰ ਕੀ ਚਾਹੀਦਾ, ਤੁਸੀਂ ਆਪਣਾ ਕੰਮ ਸ਼ੁਰੂ ਕਰੋ, ਬਣਾਓ ਕੁਛ ਨਾ ਕੁਛ, ਅਸੀਂ ਤੁਹਾਡੇ ਤੋਂ ਖਰੀਦ ਕੇ ਵੇਚਾਂਗੇ, ਅਸੀਂ ਆਪ ਵੇਚਾਂਗੇ, ਤੁਹਾਨੂੰ ਫਿਕਰ ਨਹੀਂ ਹੈਗਾ। ਇਸੇ ਤਰ੍ਹਾਂ ਕਿਸਾਨਾਂ ਨੂੰ ਕਹਿੰਦੇ ਤੁਸੀਂ ਫਸਲ ਬੀਜੋ ਅਤੇ ਮਗਰੋਂ ਖਰੀਦਦੇ ਕੋਈ ਨਹੀਂ। ਮੈਨੂੰ ਯਾਦ ਹੈ ਇੱਕ ਵਾਰੀ ਸਰਕਾਰ ਨੇ ਕਿਹਾ ਤੁਸੀਂ ਆਹ ਜਿਹੜਾ ਹੈ ਸੂਰਜਮੁਖੀ ਇਹ ਲਾਓ, ਵੀ ਆਪਣੇ ਦੇਸ਼ ਦੇ ਵਿੱਚ ਨਾ ਤੇਲ ਘਿਓ ਦੀ ਕਮੀ ਹੈ, ਸੂਰਜਮੁਖੀ ਤੋਂ ਤੇਲ ਕੱਢਾਂਗੇ, ਬਣਾਵਾਂਗੇ। ਹਰਿਆਣੇ ਪੰਜਾਬ 'ਚ ਸੂਰਜਮੁਖੀ ਲੋਕਾਂ ਨੇ ਬੀਜਤਾ, ਸਰਕਾਰ ਨੇ ਖਰੀਦਿਆ ਹੀ ਨਾ। ਉਹ ਜੇ ਸਰਕਾਰ ਖਰੀਦੇ ਨਹੀਂ ਤਾਂ ਵਿਕੇਗਾ ਕਿਵੇਂ? ਕਿਸਾਨਾਂ ਨੇ ਅਗਲੇ ਸਾਲ ਤੋਂ ਬੰਦ ਕਰਤਾ। ਫਿਰ ਸਰਕਾਰ ਨੇ ਕਿਹਾ ਤੁਸੀਂ ਕਮਾਦ ਬੀਜੋ, ਅਸੀਂ ਤੁਹਾਡਾ ਗੰਨਾ ਖਰੀਦਾਂਗੇ। ਸਰਕਾਰ ਨੇ ਗੰਨਾ ਖਰੀਦ 3 ਸਾਲ ਪੈਸੇ ਹੀ ਨਹੀਂ ਦਿੱਤੇ, ਲੋਕ ਗੰਨਾ ਬੀਜਣੋਂ ਵੀ ਹਟ ਗਏ। ਕੀ ਕਰਨ ਲੋਕ? ਉੱਥੇ ਉਹ ਕਹਿੰਦੇ ਤੁਸੀਂ ਬਣਾਓ ਸਮਾਨ, ਅਸੀਂ ਤੁਹਾਡਾ ਖਰੀਦਾਂਗੇ, ਇਹ ਸਾਡੀ ਗਰੰਟੀ ਹੈ। ਤੁਹਾਨੂੰ ਕਰਜ਼ਾ ਚਾਹੀਦਾ, ਕਰਜ਼ਾ ਲਓ, ਤੁਸੀਂ ਆਪਣਾ ਕੰਮ ਕਰੋ, ਤੁਸੀਂ ਨੌਕਰੀਆਂ 'ਤੇ ਨਿਰਭਰ ਨਾ ਕਰੋ, ਆਪਣਾ ਕੰਮ ਕਰੋ, ਜਿਸ ਚੀਜ਼ ਦੇ ਤੁਸੀਂ ਯੋਗ ਤੁਸੀਂ ਉਹ ਕਰੋ, ਅਸੀਂ ਤੁਹਾਡੀ ਸਹਾਇਤਾ ਕਰਾਂਗੇ, ਤੁਹਾਡਾ ਬਣਿਆ ਹੋਇਆ ਸਮਾਨ ਅਸੀਂ ਖਰੀਦਾਂਗੇ। ਤਾਂ ਦੇਸ਼ ਤਰੱਕੀ ਕਰਦੇ ਨੇ। ਇੱਥੇ ਸਾਨੂੰ ਬਾਹਰਲੇ ਦੇਸ਼ਾਂ ਜਾਣਾ ਪੈ ਰਿਹਾ ਹੈ ਕਿ ਉੱਥੇ ਕੰਮ ਹੀ ਕੋਈ ਨਹੀਂ ਮਿਲਦਾ ਹੈਗਾ। ਨਾ ਕੰਮ ਮਿਲਣ ਕਾਰਨ ਨਾ ਸਾਨੂੰ ਜਾਂਚ ਹੈ ਕਿ ਜੇ ਸਾਡੇ ਕੋਲ ਪੈਸੇ ਇਹਦੇ ਨਾਲ ਕਿਹੜਾ ਅਸੀਂ ਕੰਮ ਸ਼ੁਰੂ ਕਰੀਏ। ਅਸੀਂ ਇਹੀ ਨਹੀਂ ਫੈਸਲਾ ਕਰ ਸਕਦੇ ਵੀ ਕੰਮ ਕਿਹੜਾ ਕਰੀਏ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਕਹੇ ਨਾਨਕ ਜਿਨ ਸੱਚ ਤਜਿਆ, ਜਿਨ੍ਹਾਂ ਨੇ ਸੱਚ ਨੂੰ ਤਿਆਗ ਦਿੱਤਾ ਨਾ, ਕੂੜੇ ਲੱਗ ਗਏ। ਇਹ ਮਾਇਆ ਨਾਲ ਜਿਹੜੇ ਜੁੜ ਗਏ ਨੇ ਤਿਨੀ ਜਨਮ ਜੂਏ ਹਾਰੇ, ਉਹਨਾਂ ਜੂਏ 'ਚ ਜਨਮ ਹਾਰ ਦਿੱਤਾ ਹੈ। ਕਿਉਂਕਿ ਲਾਈਫ ਬੈਲੈਂਸਡ ਚਾਹੀਦੀ ਹੈ, ਇੱਕ ਪਾਸੇ ਨੂੰ ਝੁਕੀ ਹੋਈ ਨਹੀਂ ਚਾਹੀਦੀ ਕਿ ਤੁਸੀਂ ਮੇਰਾ ਨਾਮ ਹੀ ਜਪੀ ਜਾਓ ਦਿਨ ਰਾਤ ਜਪੀ ਜਾਓ ਅਤੇ ਰੋਟੀ ਕਿੱਥੋਂ ਖਾਓਗੇ? ਫਿਰ ਦੂਜਿਆਂ ਦੇ ਸਿਰ 'ਤੇ ਜਾਣਾ ਪਏਗਾ। ਇਹ ਵੀ ਨਾ ਹੋਵੇ ਤੁਸੀਂ ਕੰਮ ਹੀ ਕਰਦੇ ਰਹੋ, ਮਾਈ ਕਮਾਉਂਦੇ ਰਹੋ, ਇੱਕੋ ਪਾਸੇ ਹੋ ਜਾਓ, ਦੂਜਾ ਪਾਸਾ ਅਧੂਰਾ ਰਹਿ ਜਾਏਗਾ। ਬਰਾਬਰ ਦਾ ਜੀਵਨ ਚਾਹੀਦਾ ਹੈ। ਕਿਰਤ ਵੀ ਕਰੋ, ਨਾਮ ਵੀ ਜਪੋ। ਬਹੁਤ ਤਕੜੇ ਸਿਧਾਂਤ ਗੁਰੂ ਨਾਨਕ ਦੇ ਨੇ। ਜੇ ਕਿਤੇ ਕੋਈ ਮੰਨ ਲਏ, ਜੇ ਕਿਤੇ ਸੰਸਾਰ ਮੰਨ ਲਏ ਤਾਂ ਬਹਿਜਾ ਹੋ ਜਾਏ। ਬਾਹਰਲੇ ਦੇਸ਼ਾਂ 'ਚ ਕੰਮ ਹੀ ਕੰਮ ਹੈ, ਧਰਮ ਨਾਲ ਕੋਈ ਲੈਣਾ ਦੇਣੇ ਕੋਈ ਨਹੀਂ, ਅਧੂਰਾ। ਫਿਰ ਇੱਕ ਪਾਸੇ ਹੈਗਾ ਨਾ, ਇੱਕ ਪਾਸੜ ਹੋ ਗਿਆ ਹੈ, ਬੈਲੈਂਸਡ ਲਾਈਫ ਨਹੀਂ ਹੈਗੀ। ਅੱਗੇ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀਂ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ। ਭਲੇ ਸੇ ਵਣਜਾਰੇ, ਕਹੈ ਨਾਨਕ ਜਿਨ ਮਨ ਨਿਰਮਲ। ਸਦਾ ਰਹੇ ਗੁਰ ਨਾਲੇ। ਜੀਓ ਨਿਰਮਲ, ਮਨ ਕਰਕੇ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਵੀ ਸਾਫ਼ ਹੈ, ਮਨ ਦੇ ਵੀ ਸਾਫ਼ ਅਤੇ ਬਾਹਰੋਂ ਵੀ ਸਾਫ਼। ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਬਾਹਰੋਂ ਵੀ ਨਿਰਮਲ, ਅੰਦਰੋਂ ਵੀ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਅਤੇ ਗੁਰੂ ਨੇ ਜੋ ਕਰਮ ਕਰਨ ਨੂੰ ਕਿਹਾ ਉਹ ਕਰਮ ਕਰਨੇ। ਕਰਨੀ ਕਮਾਣੀ ਵੀ ਗੁਰੂ ਦੀ ਸਿੱਖਿਆ ਅਨੁਸਾਰ ਕਰਮ ਕਰਨੇ। ਮਨ ਵੀ ਨਿਰਮਲ ਹੈ, ਬਾਹਰੋਂ ਵੀ ਨਿਰਮਲ ਨੇ, ਮਨ ਦੇ ਵੀ ਨਿਰਮਲ ਨੇ, ਅਤੇ ਜਿਵੇਂ ਗੁਰੂ ਮਹਾਰਾਜ ਕਹਿੰਦੇ ਉਵੇਂ ਉਹ ਕਰਮ ਕਰਦੇ ਨੇ, ਉਵੇਂ ਉਹ ਨਾਮ ਦੀ ਕਮਾਈ ਕਰਦੇ ਹਨ। ਫਿਰ ਇਹੋ ਜਿਹੇ ਲੋਕਾਂ ਨੂੰ ਕੀ ਹੈ? ਕੂੜ ਕੀ ਸੋਏ ਪਹੁੰਚੇ ਨਹੀਂ। ਇਹ ਮਾਇਆ ਦੀ ਖਬਰ ਤਾਂ ਉਹਨਾਂ ਤੱਕ ਪਹੁੰਚਦੀ ਹੀ ਨਹੀਂ। ਕੂੜ ਉਹ ਚੀਜ਼ ਜਿਹੜੀ ਨਾਸ ਹੋ ਜਾਣ ਵਾਲੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਹੈ। ਇਹ ਕੂੜ ਹੈ, ਭਾਵ ਨਾਸ਼ਵਾਨ ਹੈ। ਸੋ ਜਿਹੜੀ ਚੀਜ਼ ਕੂੜ ਹੈ ਉਹਦੀ ਸੋਏ ਦਾ ਖਬਰ, ਉਹਦੀ ਖਬਰ ਹੀ ਉਹਨਾਂ ਤੱਕ ਨਹੀਂ ਪਹੁੰਚਦੀ, ਭਾਵ ਉਹਨਾਂ ਨੂੰ ਕੂੜ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹਨਾਂ ਦੀ ਕਰਨੀ ਤੇ ਗੁਰਬਾਣੀ ਅਨੁਸਾਰ ਹੁੰਦੀ ਹੈ। ਉਹ ਤੇ ਨਾਮ ਦੀ ਕਮਾਈ ਕਰਦੇ ਨੇ। ਕਰਨੀ ਕਮਾਣੀ, ਸਤਿਗੁਰ ਤੇ ਕਰਨੀ ਕਮਾਣੀ, ਗੁਰੂ ਦੇ ਰਾਹੀਂ ਫਿਰ ਉਹ ਨਾਮ ਦੀ ਕਮਾਈ ਕਰਦੇ ਹਨ। ਕੂੜ ਦੀ ਸੋਏ ਖਬਰ ਉਹਨਾਂ ਤੱਕ ਪਹੁੰਚਦੀ ਹੀ ਨਹੀਂ।
ਮਨਸਾ ਸੱਚ ਸਮਾਣੀ, ਅਤੇ ਉਹਨਾਂ ਦੀ ਮਨ ਦੀ ਜਿਹੜੀ ਭਾਵਨਾ ਹੈ ਨਾ, ਉਹ ਤਾਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ। ਉਹਨਾਂ ਦਾ ਮਨ ਜਿਹੜਾ ਹੈ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਕਿਉਂ? ਉਹ ਨਾਮ ਜਪਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ, ਜਿਵੇਂ ਬਾਣੀ ਕਹਿੰਦੀ ਹੈ ਉਵੇਂ ਕਰਮ ਕਰਦੇ ਰਹਿੰਦੇ ਨੇ। ਬਾਣੀ ਲਿਆਂਦੀ ਸੰਸਾਰ 'ਚ ਇਸ ਲਈ ਹੈ ਕਿ ਜਿੱਥੇ ਬਾਣੀ ਪੜ੍ਹਨ ਦਾ ਲਾਭ ਹੈ, ਮੰਨ ਲਓ ਬਾਣੀ ਸਮਝ ਨਹੀਂ ਵੀ ਆ ਰਹੀ ਪਰ ਪੜ੍ਹਨੀ ਆਉਂਦੀ ਹੈ, ਤਾਂ ਵੀ ਪੜ੍ਹਨ ਦਾ ਆਪਣਾ ਲਾਭ ਹੈ। ਹੁਣ ਜਾਪ ਸਾਹਿਬ ਹੈ, 100 'ਚ 1 ਨੂੰ ਮਸਾਂ ਸਮਝ ਆਉਂਦਾ, ਹੁਣ ਸ਼ਾਇਦ ਉਹ ਵੀ ਨਾ ਪੂਰਾ ਆਉਂਦਾ ਹੋਵੇ। 1000 'ਚ ਮਗਰ ਜਾ ਕੇ ਕਿਸੇ ਇੱਕ ਬੰਦੇ ਨੂੰ ਸਮਝ ਆਉਂਦਾ ਹੋਣਾ ਜਾਪ ਸਾਹਿਬ, ਭਾਵੇਂ ਸਮਝ ਨਹੀਂ ਆ ਰਿਹਾ। ਸੰਤ ਵਰਿਆਮ ਸਿੰਘ ਜੀ ਦੇ ਕੋਲ ਮੈਂ ਬੈਠਾ ਅਤੇ ਇੱਕ ਬੰਦੇ ਨੇ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਜਾਪ ਸਾਹਿਬ ਦੀ ਸਾਨੂੰ ਸਮਝ ਤਾਂ ਆਉਂਦੀ ਨਹੀਂ। ਕਹਿੰਦੇ ਸੁਣੋ ਮੇਰੀ ਗੱਲ, ਤੁਸੀਂ ਬਾਣੀ ਕਿਹਨੂੰ ਸੁਣਾ ਰਹੇ ਹੋ? ਤੁਸੀਂ ਬਾਣੀ ਜੇ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ, ਤੁਸੀਂ ਬਾਣੀ ਕਿਹਨੂੰ ਸੁਣਾਉਂਦੇ ਹੋ? ਪਹਿਲਾਂ ਤਾਂ ਚੁੱਪ ਰਿਹਾ ਹੋ। ਕਹਿੰਦੇ ਬਾਣੀ ਗੁਰੂ ਨੂੰ ਸੁਣਾਈ ਦੀ ਹੈ। ਬਾਣੀ ਕਿਹਨੂੰ ਸੁਣਾਈ ਦੀ ਹੈ? ਗੁਰੂ ਨੂੰ ਸੁਣਾਈ ਦੀ। ਜੇ ਤੁਸੀਂ ਜਾਪ ਸਾਹਿਬ ਪੜ੍ਹ ਰਹੇ ਹੋ ਅਤੇ ਦਸਮ ਪਾਤਸ਼ਾਹ ਸੁਣ ਰਹੇ ਨੇ, ਅਤੇ ਉਹਨਾਂ ਨੂੰ ਤਾਂ ਅਰਥ ਆਉਂਦੇ ਹੀ ਨੇ, ਉਹਨਾਂ ਦੇ ਆਉਂਦੇ ਹੀ ਨੇ, ਉਹਨੇ ਲਿਖੀ ਹੈ, ਉਹਨਾਂ ਨੂੰ ਤਾਂ ਅਰਥ ਆਉਂਦੇ ਹੀ ਨੇ। ਤੁਹਾਡਾ ਤਾਂ ਕੰਮ ਪੜ੍ਹੀ ਜਾਣਾ, ਬਸ ਤੁਹਾਡਾ ਕੰਮ ਪੜ੍ਹੀ ਜਾਣਾ। ਸੋ ਅਸੀਂ ਤਾਂ ਨਿਤਨੇਮ ਕਰਨਾ, ਸਮਝ ਆਉਂਦੀ ਹੈ। ਹੁਣ ਦੇਖੋ ਜਾਪ ਸਾਹਿਬ ਵਾਹਿਗੁਰੂ ਵਾਹਿਗੁਰੂ ਕਹਿ ਲਓ, ਚਾਹੇ ਜਾਪ ਸਾਹਿਬ ਦਾ ਪਾਠ ਕਰ ਲਓ, ਇੱਕੋ ਹੀ ਗੱਲ ਹੈ। ਵਾਹਿਗੁਰੂ ਵੀ ਪਰਮਾਤਮਾ ਦੀ ਸਿਫਤ ਹੈ, ਅਤੇ ਸਾਰਾ ਜਾਪ ਸਾਹਿਬ ਵੀ ਪਰਮਾਤਮਾ ਦੀ ਸਿਫਤ ਹੀ ਹੈ। ਦੋਨੋਂ ਜਿਹੜਾ ਮਰਜ਼ੀ ਕੰਮ ਕਰ ਲਓ, ਚਾਹੇ ਜਾਪ ਸਾਹਿਬ ਵੀ ਪੜ੍ਹੀ ਜਾਓ, ਉਹ ਵੀ ਪਰਮਾਤਮਾ ਦੀ ਸਿਫਤ ਸਲਾਹ ਹੈ। ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਉਹ ਵੀ ਪਰਮਾਤਮਾ ਦੀ ਸਿਫਤ ਸਲਾਹ ਹੈ। ਸੋ ਇਸ ਲਈ ਜੇ ਨਹੀਂ ਵੀ ਸਮਝ ਆਉਂਦੀ ਤਾਂ ਵੀ ਸਾਡਾ ਫਰਜ਼ ਬਣਦਾ ਬਾਣੀ ਪੜ੍ਹਦੇ ਰਹੀਏ। ਹਾਂ, ਕੋਈ ਸਿਆਣਾ ਸਾਨੂੰ ਟੱਕਰ ਜਾਵੇ ਅਤੇ ਉਸ ਤੋਂ ਸਮਝ ਲਵੇ, ਫਿਰ ਥੋੜ੍ਹੇ ਪੜ੍ਹਨ 'ਚ ਜ਼ਿਆਦਾ ਆਨੰਦ ਆਉਂਦਾ। ਆ ਕਥਾ ਵਾਰਤਾ ਇਸੇ ਲਈ ਸ਼ੁਰੂ ਕੀਤੀ ਗਈ ਨਾ, ਤਾਂ ਜੋ ਸਾਨੂੰ ਬਾਣੀ ਸਮਝ ਆਵੇ। ਇਹ 'ਚ ਫਿਰ ਸਾਡਾ ਇੰਟਰਸਟ ਪੈਦਾ ਹੋ ਜਾਏਗਾ, ਸ਼ੌਕ ਪੈਦਾ ਹੋ ਜਾਏਗਾ, ਧਿਆਨ ਲੱਗੇਗਾ, ਸਾਡੀ ਬਿਰਤੀ ਲੱਗੇਗੀ, ਸਾਨੂੰ ਸਮਝ ਆਵੇਗੀ। ਹੋ ਸਕਦਾ ਅਸੀਂ ਕੋਈ ਨਾ ਕੋਈ ਗੱਲ ਗੁਰੂ ਦੀ ਮੰਨ ਕੇ ਆਪਣੇ ਜੀਵਨ ਨੂੰ ਸੁਧਾਰ ਲਈਏ। ਸੋ ਤਾਂ ਕਹਿੰਦੇ ਉਹਨਾਂ ਜਿਹੜੀ ਮਨਸਾ ਪਾ, ਉਹਨਾਂ ਜਿਹੜਾ ਮਨ ਹੈ ਸੱਚ ਸਮਾਨੀ, ਉਹ ਸੱਚ ਦੇ ਵਿੱਚ ਲੀਨ ਹੋ ਜਾਂਦਾ ਹੈ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣਜਾਰੇ। ਅਸੀਂ ਵਣਜ ਕਰ ਆਏ ਹਾਂ, ਵਣਜਾਰੇ ਹਾਂ, ਅਸੀਂ ਕੁਝ ਖਰੀਦਣ ਆਏ ਹਾਂ। ਅਸੀਂ ਖਰੀਦਣ ਆਏ ਹਾਂ। ਖਰੀਦਣਾ ਕੀ ਹੈ? ਗੁਰਬਾਣੀ ਜਾ ਕੋ ਆਏ ਸੋਈ ਬਿਹਾਜੋ, ਵੀ ਜਿਸ ਚੀਜ਼ ਨੂੰ ਤੁਸੀਂ ਖਰੀਦਣਾ ਹੈ ਉਸੇ ਨੂੰ ਖਰੀਦੋ। ਅਤੇ ਅਸੀਂ ਤਾਂ ਨਾਮ ਖਰੀਦਣ ਆਏ ਹਾਂ, ਅਸੀਂ ਤਾਂ ਨਾਮ ਧਨ ਇਕੱਠਾ ਕਰਨ ਆਏ ਹਾਂ। ਜਨਮ ਰਤਨ, ਰਤਨ ਜਿਵੇਂ ਹੀਰਾ ਹੁੰਦਾ, ਇਸ ਤਰ੍ਹਾਂ ਕੀਮਤੀ ਚੀਜ਼ ਹੈ। ਇਹ ਮਨੁੱਖਾ ਜੀਵਨ ਨੂੰ ਨਾ ਰਤਨ ਕਿਹਾ ਹੈ, ਪਰ ਮਨੁੱਖਾ ਜੀਵਨ ਬੜਾ ਕੀਮਤੀ ਹੈ। ਇਸ ਕੀਮਤੀ ਜੀਵਨ ਦੇ ਨੇ ਜਿਨ੍ਹਾਂ ਨੇ ਨਾਮ ਖਟਿਆ ਨਾ, ਜਨਮ ਰਤਨ ਜਿਨੀ ਖਟਿਆ, ਜਿਨ੍ਹਾਂ ਨੇ ਇਸ ਮਨੁੱਖਾ ਜੀਵਨ 'ਚ ਆ ਕੇ ਨਾਮ ਦੀ ਕਮਾਈ ਕੀਤੀ, ਭਲੇ ਸੇ ਵਣਜਾਰੇ। ਅਸਲ ਉਹੀ ਭਲੇ ਵਪਾਰੀ ਨੇ, ਉਹੀ ਵਧੀਆ ਵਪਾਰੀ ਹਨ ਜਿਨ੍ਹਾਂ ਨੇ ਇਸ ਸੰਸਾਰ 'ਚ ਆ ਕੇ ਨਾਮ ਨੂੰ ਖਟਿਆ, ਨਾਮ ਦੀ ਕਮਾਈ ਕੀਤੀ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲ। ਗੁਰੂ ਦੇ ਨਾਲ ਕਿਹੜੇ ਰਹਿੰਦੇ ਨੇ? ਜਿਨ੍ਹਾਂ ਦੇ ਮਨ ਨਿਰਮਲ ਨੇ, ਜਿਨ੍ਹਾਂ ਦਾ ਮਨ ਬਿਲਕੁਲ ਸਾਫ਼ ਹੈ। ਉਹ ਗੁਰੂ ਨਹੀਂ, ਗੁਰੂ ਹੀ ਉਹਨਾਂ ਨਾਲ ਰਹਿੰਦੇ ਨੇ। ਹੋਰ ਤਾਂ ਗੱਲ ਛੱਡੋ। ਜਦੋਂ ਮਨ ਨਿਰਮਲ ਹੋ ਗਿਆ, ਪਰਮਾਤਮਾ ਹੀ ਪ੍ਰਗਟ ਹੋ ਗਿਆ, ਅਤੇ ਗੁਰੂ ਵੀ ਨਾਲ ਹੀ, ਬਸ ਆਨੰਦ ਹੀ ਆਨੰਦ ਹੈ। ਇਹ ਮਰਨ ਤੱਕ ਵੀ ਜੇ ਕਿਤੇ ਮਨ ਸਾਫ਼ ਹੋ ਗਿਆ ਤਾਂ ਵੀ ਅਸੀਂ ਖਟ ਜਾਵਾਂਗੇ, ਵਿੱਚ ਮਰਨ ਵੇਲੇ ਹੀ ਰੱਬ ਮਿਲ ਗਏ, ਨਹੀਂ ਬਹੁਤ ਹੈ। ਇਸ ਲਈ ਕਹਿੰਦੇ ਕਹੈ ਨਾਨਕ ਜਿਨ ਮਨ ਨਿਰਮਲ। ਗੁਰੂ ਮਹਾਰਾਜ ਜਿਨ੍ਹਾਂ ਦਾ ਮਨ ਸਾਫ਼ ਹੈ ਨਾ, ਸ਼ੁੱਧ ਹੈ, ਪਵਿੱਤਰ ਹੈ, ਸਦਾ ਰਹੇ ਗੁਰ ਨਾਲੇ। ਉਹ ਸਦਾ ਹੀ ਗੁਰੂ ਦੇ ਨਾਲ ਰਹਿੰਦੇ ਹਨ। ਉਹ ਮਨ ਕਰਕੇ ਗੁਰੂ ਦੇ ਨਾਲ ਰਹਿੰਦੇ ਨੇ। ਸਰੀਰ ਕਰਕੇ ਨਾਲ ਰਹਿਣ ਦੀ ਮਹਾਨਤਾ ਇੰਨੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨਾਲ ਬੜੇ ਰਹੇ, ਬੜੇ ਰਹਿਣਾ।
ਪਰ ਮਨ ਕਰਕੇ ਅਸਲ 'ਚ ਭਾਈ ਲਹਿਣਾ ਜੀ ਅਤੇ ਬਾਬਾ ਬੁੱਢਾ ਜੀ ਰਹੇ। ਸਰੀਰ ਕਰਕੇ ਤਾਂ ਬੜੇ ਰਹੇ, ਕਿੰਨੇ ਰਹਿੰਦੇ ਸਨ ਡੇਰੇ 'ਚ ਉਹਨਾਂ ਦੇ, ਹਾਂਜੀ, ਪਰ ਮਨ ਕਰਕੇ ਅਸਲ ਦੋ ਬੰਦੇ ਹੀ ਰਹੇ, ਇੱਕ ਬਾਬਾ ਬੁੱਢਾ ਜੀ, ਇੱਕ ਭਾਈ ਲਹਿਣਾ, ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਬਣੇ। ਇਸ ਲਈ ਜਦੋਂ ਮਨ ਸ਼ੁੱਧ ਅਤੇ ਪਵਿੱਤਰ ਹੋ ਜਾਏਗਾ, ਫਿਰ ਇਹ ਬੰਦਾ ਹਮੇਸ਼ਾ ਗੁਰੂ ਦੇ ਨਾਲ ਰਹੇਗਾ, ਭਾਵ ਇਹਨੂੰ ਗੁਰੂ ਦੀ ਗੱਲ ਹਮੇਸ਼ਾ ਯਾਦ ਰਹੇਗੀ। ਕਿਸੇ ਦੀ ਗੱਲ, ਕਿਸੇ ਦੀ ਸਿੱਖਿਆ ਹਮੇਸ਼ਾ ਯਾਦ ਰਹਿਣੀ, ਸਮਝੋ ਉਹਦੇ ਨਾਲ ਹੋ ਤੁਸੀਂ, ਕਿਉਂਕਿ ਜਦੋਂ ਮਨ ਪਵਿੱਤਰ ਹੋ ਜਾਂਦਾ ਹੈ, ਉੱਥੇ ਗੁਰੂ ਮਹਾਰਾਜ ਨੇ, ਉੱਥੇ ਪਰਮਾਤਮਾ ਹੈ। ਸੋ ਆਪਾਂ ਨੇ ਕੋਸ਼ਿਸ਼ ਕਰਨੀ ਹੈ ਸ਼ੁਭ ਕਰਮ ਕਰੀਏ ਤਾਂ ਜੋ ਅੱਗੇ ਤੋਂ ਮਨ ਮੈਲਾ ਨਾ ਹੋਵੇ, ਅਤੇ ਜਿਹੜਾ ਮੈਲਾ ਹੋ ਗਿਆ ਉਹ ਬਾਣੀ ਪੜ੍ਹ ਕੇ ਅਤੇ ਨਾਮ ਜਪ ਕੇ ਸਾਫ਼ ਕਰ ਲਈਏ। ਅੱਗੇ ਤੋਂ ਮਾੜੇ ਕੰਮ ਛੱਡ ਦਈਏ ਤਾਂ ਜੋ ਮੁੜ ਕੇ ਮਨ ਮੈਲਾ ਨਾ ਹੋਵੇ, ਅਤੇ ਜਿਹੜਾ ਮੈਲਾ ਹੈ ਉਹਨੂੰ ਬਾਣੀ ਪੜ੍ਹ ਕੇ ਅਤੇ ਨਾਮ ਜਪ ਕੇ ਸਾਫ਼ ਕਰ ਲਈਏ। ਅਤੇ ਜਦੋਂ ਸਾਫ਼ ਹੋ ਗਿਆ ਉਦੋਂ ਪਰਮਾਤਮਾ ਨੇ ਪ੍ਰਗਟ ਹੋ ਜਾਣਾ, ਅਤੇ ਜਦੋਂ ਪਰਮਾਤਮਾ ਪ੍ਰਗਟ ਹੋ ਗਿਆ ਉਹਦੇ ਅਸੀਂ ਬ੍ਰਹਮ ਗਿਆਨੀ ਹੋ ਜਾਣਾ। ਜਿੱਦੇ ਬ੍ਰਹਮ ਗਿਆਨੀ ਹੋ ਗਏ ਉਦੋਂ ਬਾਅਦ ਜਨਮ ਮਰਨ ਦਾ ਚੱਕਰ ਹੀ ਖਤਮ ਹੋ ਜਾਣਾ ਹੈ, ਫਿਰ ਸਦਾ ਹੀ ਅਸੀਂ ਪਰਮਾਤਮਾ ਦੇ ਦਰ 'ਤੇ ਹੀ ਰਹਿਣਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।